ਹੈਲੋ ਸਟੂਡੈਂਟਸ, ਜਿਵੇਂ ਕਿ ਤੁਸੀਂ NTSC ਦੀ ਤਿਆਰੀ ਕਰ ਰਹੇ ਹੋ, ਉਸ ਵਿੱਚ ਵੱਖਰੇ ਵੱਖਰੇ ਟੌਪਿਕਸ ਜਿਹੜੇ ਹੈ ਮੈਥ, ਸਾਇੰਸ ਅਤੇ ਸੋਸ਼ਲ ਸਾਇੰਸ ਵਿੱਚੋਂ ਤੁਸੀਂ ਪੜ੍ਹ ਰਹੇ ਹੋ, ਤਿਆਰੀ ਕਰ ਰਹੇ ਹੋ। ਅਤੇ ਉਸੇ ਲੜੀ ਵਿੱਚ 9th ਜਮਾਤ ਦੇ ਵਿੱਚ ਜੋ ਇੱਕ ਟੌਪਿਕ ਹੈ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਜਾਂ ਆਕ੍ਰਿਤੀਆਂ, ਫਿਜ਼ੀਓਲੋਜੀਕਲ ਯੂਨਿਟਸ, ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਕਿਹੜੀਆਂ ਭਾਰਤ ਦੀਆਂ ਖਾਸ ਵਿਸ਼ੇਸ਼ਤਾਵਾਂ ਜਿਹੜੀਆਂ ਅਟਰੈਕਟ ਕਰਦੀਆਂ ਅਤੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਬੇਟਾ, ਤੁਹਾਡੇ ਭੂਗੋਲ ਸਬਜੈਕਟ ਵਿੱਚ ਤੁਸੀਂ ਜੋ ਪੜ੍ਹਨਾ ਉਸ ਦੇ ਵਿੱਚ ਇੱਕ ਭੂ ਆਕ੍ਰਿਤੀ ਵਿਗਿਆਨ ਬਾਰੇ ਚਰਚਾ ਆਏਗੀ। ਹੁਣ ਆਪਾਂ ਭੂ ਆਕ੍ਰਿਤੀ ਵਿਗਿਆਨ ਦੀ ਗੱਲ ਕਰਨੀ ਹੈ। ਇਹ ਉਹ ਆਕ੍ਰਿਤੀਆਂ ਹੁੰਦੀਆਂ ਬੇਟਾ ਜਿਨ੍ਹਾਂ ਦਾ ਨਿਰਮਾਣ ਜਿਨ੍ਹਾਂ ਦੇ ਨਿਰਮਾਣ ਲਈ ਜ਼ਿੰਮੇਵਾਰ ਕਾਰਕ ਜੋ ਵੀ ਹੁੰਦੇ ਹੈ ਉਹਨਾਂ ਨੂੰ ਆਪਾਂ ਸਟੱਡੀ ਕਰਨਾ ਹੁੰਦਾ। ਇਹ ਭੂਗੋਲ ਦੀ ਯਾਨੀ ਭੂ ਆਕ੍ਰਿਤੀ ਵਿਗਿਆਨ ਭੂਗੋਲ ਦੀ ਉਹ ਸ਼ਾਖਾ ਹੈ ਜਿਸ ਵਿੱਚ ਭੂ ਆਕ੍ਰਿਤੀਆਂ ਦੇ ਨਿਰਮਾਣ ਅਤੇ ਉਹਨਾਂ ਦੇ ਨਿਰਮਾਣ ਲਈ ਜਿਹੜੇ ਰਿਸਪੋਂਸੀਬਲ ਫੈਕਟਰਸ ਹੈ ਉਹਨਾਂ ਬਾਰੇ ਆਪਾਂ ਸਟੱਡੀ ਕਰਨੀ ਹੈ। ਅਤੇ ਭਾਰਤ ਤੁਹਾਨੂੰ ਪਤਾ ਹੀ ਹੈ ਭੂ ਆਕ੍ਰਿਤੀਆਂ ਨਾਲ ਭਰਪੂਰ ਦੇਸ਼ ਹੈ, ਵਿਭਿੰਨਤਾਵਾਂ ਵਾਲਾ ਦੇਸ਼ ਹੈ। ਭਾਰਤ ਦੇ ਉੱਤਰ ਵਿੱਚ ਵਿਸ਼ਾਲ ਅਤੇ ਕੰਪੈਰੇਟਿਵਲੀ ਘੱਟ ਪ੍ਰਾਚੀਨ, ਜਿਨ੍ਹਾਂ ਨੂੰ ਆਪਾਂ ਜਵਾਨ ਪਰਬਤ ਦੀ ਲੜੀ ਵੀ ਕਹਿ ਸਕਦੇ ਹਾਂ, ਉਹ ਹੈ, ਉਸਦਾ ਨਾਮ ਤੁਹਾਨੂੰ ਪਤਾ ਹੀ ਹੈ, ਹਿਮਾਲਿਆ ਹੈ। ਸਭ ਤੋਂ ਉੱਚੀਆਂ ਚੋਟੀਆਂ ਜ਼ਿਆਦਾਤਰ ਹਿਮਾਲਿਆ ਦੀਆਂ ਸ਼੍ਰਿੰਖਲਾਵਾਂ ਵਿੱਚ ਆਉਂਦੀਆਂ ਹਨ ਅਤੇ ਭਾਰਤ ਦੇ ਮੱਧ ਵਿੱਚ ਅਤੇ ਦੱਖਣ ਵਿੱਚ ਦੁਨੀਆ ਦੇ ਸਭ ਤੋਂ ਪੁਰਾਣੇ ਭੂ ਭਾਗਾਂ ਵਿੱਚੋਂ ਇੱਕ ਪ੍ਰਾਇਦੀਪੀ ਪਠਾਰ ਵੀ ਹੈ। ਇਹਨਾਂ ਭੂ ਆਕ੍ਰਿਤੀਆਂ ਨੂੰ ਬਣਨ ਲਈ ਪੁੱਤ ਕਈ ਅੰਦਰੂਨੀ ਅਤੇ ਬਾਹਰੀ ਕਾਰਕ ਜ਼ਿੰਮੇਵਾਰ ਹੁੰਦੇ ਹਨ। ਭਾਰਤ ਦੇ ਕੁੱਲ ਖੇਤਰਫਲ ਦਾ 18.6% ਇਹ ਪਹਾੜੀਆਂ ਹਨ। 10.7% ਭੂ ਭਾਗ ਉੱਚੇ ਪਹਾੜ ਹਨ। 27.7% ਪ੍ਰਾਇਦੀਪੀ ਪਠਾਰ ਹੈ ਅਤੇ ਸਾਰੇ ਭੂ ਖੇਤਰਫਲ ਦਾ ਆਪਣਾ 43% ਮੈਦਾਨ ਹਨ। ਭੂਗੋਲਿਕ ਯਾਨੀ ਭੂ ਆਕ੍ਰਿਤਿਕ ਤੌਰ 'ਤੇ ਬੇਟਾ ਭਾਰਤ ਨੂੰ ਅਸੀਂ ਮੁੱਖ ਰੂਪ ਵਿੱਚ 5 ਭਾਗਾਂ ਵਿੱਚ ਵੰਡ ਸਕਦੇ ਹਾਂ। ਪਹਿਲਾ ਭਾਗ ਹੈ ਦਾ ਗ੍ਰੇਟ ਹਿਮਾਲਯਨ ਮਾਊਂਟੇਨਸ ਯਾਨੀ ਵਿਸ਼ਾਲ ਹਿਮਾਲਿਆ ਪਰਬਤ। ਸੈਕੰਡ ਹੈ ਦਾ ਨਾਰਦਰਨ ਪਲੇਨਸ ਐਂਡ ਡੈਜ਼ਰਟ, ਉੱਤਰ ਦੇ ਵਿਸ਼ਾਲ ਮੈਦਾਨ ਅਤੇ ਮਾਰੂਥਲ। ਤੀਸਰਾ ਹੈ ਦਾ ਪੈਨਿਨਸੂਲਰ ਪਲੇਟੋ ਯਾਨੀ ਪ੍ਰਾਇਦੀਪੀ ਪਠਾਰ। ਚੌਥਾ ਹੈ ਦਾ ਕੋਸਟਲ ਪਲੇਨਸ ਯਾਨੀ ਤੱਟ ਦੇ ਮੈਦਾਨ। ਅਤੇ ਲਾਸਟ ਪੰਜਵਾਂ ਹੈ ਦਾ ਆਈਲੈਂਡਸ ਯਾਨੀ ਕਿ ਭਾਰਤੀ ਦੀਪ ਸਮੂਹ। ਹੁਣ ਬੇਟਾ ਵਿਸ਼ਾਲ ਹਿਮਾਲਿਆ ਪਰਬਤ ਦੀ ਗੱਲ ਕਰਾਂਗੇ, ਜਿਹੜਾ ਕਿ ਆਪਾਂ ਨੂੰ ਦੂਸਰੇ ਏਸ਼ੀਅਨ ਦੇਸ਼ਾਂ ਤੋਂ ਵੱਖਰਾ ਕਰਦਾ ਹੈ। ਇੱਕ ਵਿਸ਼ਾਲ ਦੀਵਾਰ ਦੀ ਤਰ੍ਹਾਂ ਕੰਮ ਕਰਦਾ ਹੈ। ਹਿਮਾਲਿਆ ਪਰਬਤ ਦਾ ਨਿਰਮਾਣ ਕਿਵੇਂ ਹੋਇਆ, ਇਸ ਦੀ ਸਿਰਜਣਾ ਕਿਵੇਂ ਹੋਈ, ਇਹਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ। ਜਿੱਥੇ ਅੱਜ ਹਿਮਾਲਿਆ ਪਰਬਤ ਹੈ, ਇੱਥੇ 12 ਕਰੋੜ ਸਾਲ ਪਹਿਲਾਂ ਇੱਕ ਵਿਸ਼ਾਲ ਸਮੁੰਦਰ ਹੁੰਦਾ ਸੀ ਜਿਹੜਾ ਕਿ ਘੱਟ ਡੂੰਘਾ ਸੀ। ਇਸ ਨੂੰ ਟੈਥੀਜ਼ ਨਾਂ ਨਾਲ ਪੁਕਾਰਿਆ ਜਾਂਦਾ ਸੀ ਅਤੇ ਇਸ ਦੇ ਥੱਲੇ ਜਿਹੜੀਆਂ ਟੈਕਟੋਨਿਕ ਪਲੇਟਾਂ ਉਹਨਾਂ ਦੀ ਆਪਸ ਵਿੱਚ ਰਗੜ ਦੇ ਨਾਲ, ਜਿਵੇਂ ਆਪਾਂ ਮੇਜ਼ਪੋਸ਼ ਨੂੰ ਇਕੱਠਾ ਕਰਦੇ ਜਾਈਏ, ਮੇਜ਼ਪੋਸ਼ ਉੱਪਰ ਹੁੰਦਾ ਜਾਂਦਾ ਹੈ, ਤਾਂ ਇਸੇ ਤਰ੍ਹਾਂ ਧਰਤੀ ਦੀ ਉੱਪਰਲੀ ਸਤ੍ਹਾ ਉੱਪਰ ਉੱਠਦੀ ਗਈ ਅਤੇ ਇਹ ਪਰਬਤ 12 ਕਰੋੜ ਸਾਲ ਤੋਂ ਬਣਦੇ ਆ ਰਹੇ ਹਨ। ਅਤੇ ਇਸ ਦੇ ਉੱਤਰ ਵੱਲ ਯੂਰੇਸ਼ੀਆ ਹੈ ਅਤੇ ਦੱਖਣ ਵੱਲ ਗੋਂਡਵਾਨਾ ਲੈਂਡ। ਇਹ ਉਸ ਟਾਈਮ ਜਿਹੜੇ ਭੂ ਭਾਗ ਸੀ ਉਹ ਹਿਮਾਲਿਆ ਪਰਬਤ ਯਾਨੀ ਟੈਥੀਜ਼ ਸਾਗਰ ਜਿਹੜਾ ਸੀਗਾ ਉਹਦੇ ਉੱਤਰ ਅਤੇ ਦੱਖਣ ਵੱਲ ਸਨ। ਉੱਤਰ ਵੱਲ ਯੂਰੇਸ਼ੀਆ ਸੀ ਅਤੇ ਦੱਖਣ ਵੱਲ ਗੋਂਡਵਾਨਾ ਲੈਂਡ।
ਇਹ ਚੀਜ਼ ਤੁਸੀਂ ਇਸ ਚਿੱਤਰ ਵਿੱਚ ਵੀ ਵੇਖ ਸਕਦੇ ਹੋ ਕਿ ਦੋ ਕੰਟੀਨੈਂਟਲ ਕਰਸਟ ਜਿਹੜੀਆਂ ਦੋ ਜਿਹੜੀਆਂ ਪਲੇਟਾਂ ਆਪਾਂ ਕਹਿ ਸਕਦੇ ਹਾਂ ਧਰਤੀ ਦੇ ਹੇਠਾਂ, ਉਹ ਜਦੋਂ ਇੱਕ ਦੂਜੇ ਦੇ ਉੱਤੇ ਚੜ੍ਹਦੀਆਂ, ਯਾਨੀ ਇੱਕ ਉੱਪਰ ਹੁੰਦੀ ਹੈ ਤੇ ਇੱਕ ਉਸ ਦੇ ਥੱਲੇ ਉਸ ਨੂੰ ਧੱਕਦੀ ਹੈ ਉੱਪਰ ਵੱਲ ਨੂੰ, ਤਾਂ ਉਹ ਫੋਲਡ ਬਣ ਜਾਂਦਾ। ਇਸ ਤਰ੍ਹਾਂ ਇਹ ਦੇਖੋ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ। ਇਹ ਦੋਵੇਂ ਭੂ-ਭਾਗ ਯੂਰੇਸ਼ੀਆ ਤੇ ਗੋਂਡਵਾਨਾ ਲੈਂਡ, ਇਹਨਾਂ ਦੋਨਾਂ ਦੀਆਂ ਜਿਹੜੀਆਂ ਨਦੀਆਂ ਸੀ ਉਹ ਇਸ ਟੈਥੀਸ ਸਮੁੰਦਰ ਵਿੱਚ ਡਿੱਗਦੀਆਂ ਸੀ ਤੇ ਇਹ ਨਾਲ ਦੀ ਨਾਲ ਆਪਣੇ ਜਲੋੜ ਦਾ ਨਿਖੇਪ ਕਰਦੀਆਂ ਸੀ, ਜੋ ਆਪਣਾ ਨਾਲ ਰੋੜ ਕੇ ਸਮਾਨ ਲਿਆਉਂਦੀਆਂ ਉੱਥੇ ਜਮ੍ਹਾਂ ਕਰਦੀਆਂ ਸਨ। ਗੋਂਡਵਾਨਾ ਲੈਂਡ ਦੇ ਜਿਹੜਾ ਉੱਤਰ ਪੱਛਮ ਦਿਸ਼ਾ ਵਿੱਚ ਹੈ, ਇਹ ਖਿਸਕਣ ਨਾਲ ਟੈਥੀਸ ਜਮ੍ਹਾਂ ਹੋਇਆ ਜਲੋੜ ਇਹ ਉੱਪਰ ਉੱਠ ਗਿਆ ਤੇ ਇਸ ਦੇ ਨਾਲ ਹੀ ਹਿਮਾਲਿਆ ਦਾ ਨਿਰਮਾਣ ਹੋਇਆ। ਬੇਟਾ ਕੀ ਤੁਹਾਨੂੰ ਪਤਾ ਹੈ ਜਿਹੜੀ ਭਾਰਤੀ ਭੂਗੋਲਿਕ ਪਲੇਟ ਹੈ ਇਹ ਹਾਲੇ ਵੀ ਯੂਰੇਸ਼ੀਅਨ ਪਲੇਟ ਦੇ ਥੱਲੇ ਜਾ ਰਹੀ ਹੈ ਤੇ ਇਹਦੇ ਨਤੀਜਤਨ ਕੀ ਹੋ ਰਿਹਾ ਹੈ, ਹਿਮਾਲਿਆ ਪਰਬਤ ਹਰ ਸਾਲ 5 ਤੋਂ 10 ਸੈਂਟੀਮੀਟਰ ਉੱਚੇ ਉੱਠ ਰਹੇ ਹੈ। ਬੇਟਾ ਆਪਣੇ ਹਿਮਾਲਿਆ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਤੇ ਜਵਾਨ ਫੋਲਡ ਪਰਬਤ ਹਨ। ਫੋਲਡ ਨੂੰ ਪੰਜਾਬੀ 'ਚ ਵਲਨ ਵੀ ਕਹਿੰਦੇ ਆ, ਵਲਨ ਪਰਬਤ ਹਨ। ਹਿਮਾਲਿਆ ਦੀ ਜਿਹੜੀ ਲੰਬਾਈ ਹੈ ਤਕਰੀਬਨ 2400 ਕਿਲੋਮੀਟਰ ਹੈ। ਇਸ ਦੀ ਚੜ੍ਹਾਈ ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਹੈ, ਜਿਵੇਂ ਕਸ਼ਮੀਰ ਹਿਮਾਲਿਆ ਵਿੱਚ 400 ਤੋਂ 500 ਕਿਲੋਮੀਟਰ ਹੈ ਤੇ ਉੱਥੋਂ ਲੈ ਕੇ ਫਿਰ ਅਰੁਣਾਚਲ ਪ੍ਰਦੇਸ਼ ਤੱਕ ਇਹ 200 ਕਿਲੋਮੀਟਰ ਤੱਕ ਫੈਲਿਆ ਹੋਇਆ ਪਰਬਤ ਹੈ। ਆਓ ਹੁਣ ਆਪਾਂ ਆਪਣੇ ਹਿਮਾਲਿਆ ਪਰਬਤ ਨੂੰ ਜਾਣੀਏ। ਇਸ ਨੂੰ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਦ ਟਰਾਂਸ ਹਿਮਾਲਿਆਜ਼, ਦੂਸਰਾ ਹੈ ਦ ਗ੍ਰੇਟ ਹਿਮਾਲਿਆਜ਼, ਉੱਚਤਮ ਹਿਮਾਲਿਆ ਜਾਂ ਹਿਮਾਦਰੀ, ਫਿਰ ਦ ਲੋਅਰ ਹਿਮਾਲਿਆਜ਼, ਛੋਟਾ ਜਾਂ ਨੀਵਾਂ ਹਿਮਾਲਿਆ, ਤੇ ਸਭ ਤੋਂ ਨੀਵਾਂ ਹੈ ਸ਼ਿਵਾਲਿਕ ਤੇ ਪੂਰਵਾਂਚਲ। ਬੇਟਾ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਮਾਊਂਟ ਐਵਰੈਸਟ ਨੇਪਾਲ ਵਿੱਚ ਹੈ, 8848 ਮੀਟਰ ਯਾਨੀ 8848 ਮੀਟਰ, 8 ਕਿਲੋਮੀਟਰ ਤੋਂ 848 ਮੀਟਰ ਵੱਧ ਇਸ ਦੀ ਉਚਾਈ ਹੈ। ਇਹ ਉਚਾਈ ਆਪਾਂ ਸਮੁੰਦਰ ਤਲ ਤੋਂ ਕਹਿੰਦੇ ਹੁੰਦੇ ਹਾਂ। ਭਾਰਤ ਵਿੱਚ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਉਹ K2 ਹੈ, ਜਿਸ ਨੂੰ ਆਪਾਂ ਗੋਡਵਿਨ ਆਸਟਨ ਕਹਿੰਦੇ ਹਾਂ। ਤੀਸਰੇ ਨੰਬਰ 'ਤੇ ਕੰਚਨਜੰਗਾ, ਚੌਥੇ 'ਤੇ ਲੋਤਸੀ, ਪੰਜਵੇਂ 'ਤੇ ਮਕਾਲੂ, ਇਸੇ ਤਰ੍ਹਾਂ ਚੋਯੂ, ਧੌਲਾਗਿਰੀ, ਮਨਾਸਲੂ, ਨੰਗਾ ਪਰਬਤ, अन्नपूर्णा, गशबोम आदि चोटियां ਜਿਹੜੀਆਂ ਹਿਮਾਲਿਆ ਪਰਬਤ ਦੀਆਂ ਹੁੰਦੀਆਂ ਹਨ। ਆ ਜਿਹੜਾ ਚਿੱਤਰ ਹੈ ਤੁਹਾਨੂੰ ਦਿਖਾ ਰਿਹਾ ਹੈ ਕਿ ਕਿਹੜੇ ਕੰਟੀਨੈਂਟ 'ਚ ਕਿਹੜੀ ਚੋਟੀ ਸਭ ਤੋਂ ਉੱਚੀ ਹੈ ਤੇ ਇਸ ਦੇ ਨਾਲ ਹੀ ਦੂਜੇ ਨੰਬਰ ਤੇ ਕੰਟੀਨੈਂਟ ਵਾਈਜ਼ ਕਿਹੜੀ ਚੋਟੀ ਹੈ। ਭਾਰਤ 'ਚ ਹਿਮਾਲਿਆ ਪਰਬਤ ਤੋਂ ਇਲਾਵਾ ਹੋਰ ਵੀ ਪਰਬਤ ਸ਼੍ਰਿੰਖਲਾ ਹੈਗੀਆਂ, ਜਿਵੇਂ ਬਾਲਾਘਾਟ ਸ਼੍ਰਿੰਖਲਾ ਹੈਗੀ ਹੈ, ਡਾਲਮਾ ਡੇਸਵਾਈ, ਰੰਜੌਰੀ, ਈਸਟ ਗਾਰੋ ਹਿਲਸ, ਲਾਈਮੋਟਲ, ਮੇਵਾੜ, ਨਿਆਗੜ੍ਹ, ਪਾਲਕੋਂਡਾ, ਪੰਚਮਲਾਈ, ਪਾਰਸਨਾਥ, ਪਾਮੀਰ, ਟੂਰਾ, ਇਹ ਪਹਾੜੀ ਸ਼੍ਰਿੰਖਲਾ ਹੈਗੀਆਂ। ਇਹਨਾਂ ਵਿੱਚ ਵੀ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਉੱਚੀਆਂ ਚੋਟੀਆਂ ਹੈਗੀਆਂ, ਜਿਨ੍ਹਾਂ ਬਾਰੇ ਆਪਾਂ ਕੁਝ ਚਰਚਾ ਕਰਦੇ ਹਾਂ। ਜਿਵੇਂ ਭਾਰਤ ਦੀ ਹਿਮਾਲਿਆ ਪਰਬਤ ਵਿੱਚ ਆਪਾਂ ਗੱਲ ਕੀਤੀ K2 ਗੋਡਵਿਨ ਆਸਟਨ ਦੀ, ਇਹ ਭਾਰਤ ਵਿੱਚ ਸਭ ਤੋਂ ਉੱਚੀ ਚੋਟੀ ਹੈ ਜਿਹੜੀ ਹਿਮਾਲਿਆ ਪਰਬਤ 'ਚ ਹੈ। ਅਰਾਵਲੀ ਸ਼੍ਰਿੰਖਲਾ ਵਿੱਚ ਗੁਰੂ ਸ਼ਿਖਰ ਹੈ, ਪੂਰਬੀ ਘਾਟ ਵਿੱਚ ਰੋਇਆਕੋਂਡਾ, ਮਿਜ਼ੋਰਮ ਵਿੱਚ ਨੀਲੀਆਂ ਪਹਾੜੀਆਂ ਜਾਂ ਆਪਾਂ ਬਲੂ ਮਾਊਂਟਨ ਕਹਿੰਦੇ ਹਾਂ, ਨਾਗਾਲੈਂਡ ਵਿੱਚ ਸਰਾਮਤੀ, ਸਤਪੁੜਾ 'ਚ ਧੂਪਗੜ੍ਹ, ਪੱਛਮੀ ਬੰਗਾਲ ਵਿੱਚ ਧਿਆਨ ਦੇਈਏ ਇੱਥੇ ਟਾਈਗਰ ਹਿਲਸ ਹੈ, ਉੱਤਰਾਖੰਡ 'ਚ ਨੰਦਾ ਦੇਵੀ ਹੈ, ਪੱਛਮੀ ਘਾਟ 'ਚ ਅਨਾਈਮੁਡੀ ਹੈ ਤੇ ਅੰਡਮਾਨ ਨਿਕੋਬਾਰ ਦੀ ਸਮੂਹ 'ਚ ਸੈਡਲ ਪੀਕ ਹੈ। ਬੇਟਾ ਉੱਚਤਮ ਹਿਮਾਲਿਆ ਦੇ ਉੱਤਰ ਵੱਲ ਹਿਮਾਲਿਆ ਪਾਰ ਟਰਾਂਸ ਹਿਮਾਲਿਆਸ ਪਰਬਤ ਸ਼੍ਰੇਣੀ ਹੈ। ਇਸ ਨੂੰ
ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ। ਇਹਦੀ ਲੰਬਾਈ ਪੱਛਮ ਤੋਂ ਪੂਰਬ ਵੱਲ ਜੇ ਦੇਖੀਏ 1000 ਕਿਲੋਮੀਟਰ ਹੈ। ਔਸਤ ਉਚਾਈ ਇਹਦੀ ਸਮੁੰਦਰ ਤਲ ਤੋਂ 6000 ਮੀਟਰ ਦੇ ਲਗਭਗ ਹੈ ਟਰਾਂਸ ਹਿਮਾਲਿਆ ਦੀ। ਟਰਾਂਸ ਹਿਮਾਲਿਆ ਵਿੱਚ ਬੇਟਾ ਜਾਸਕਰ, ਲੱਦਾਖ, ਰਕਸ਼ਕੁਸ਼ੀ, ਕੈਲਾਸ਼ ਪਰਬਤ ਸ਼੍ਰੇਣੀਆਂ ਆਉਂਦੀਆਂ। ਇਹਦੀਆਂ ਪ੍ਰਮੁੱਖ ਚੋਟੀਆਂ K2 ਗੋਡਵਨਾਸਟਨ, ਜਿਹੜੀ ਕਿ ਭਾਰਤ ਦੀ ਸਭ ਤੋਂ ਉੱਚੀ ਚੋਟੀ ਆਪਾਂ ਗੱਲ ਕੀਤੀ, ਸੰਸਾਰ ਦੀ ਦੂਜੇ ਨੰਬਰ ਦੀ ਚੋਟੀ ਹੈ। ਇਸ ਤੋਂ ਇਲਾਵਾ ਇਸ ਵਿੱਚ ਗਿਸ਼ੇਬਰਮ 8068 ਮੀਟਰ ਦੇ ਲਗਭਗ, ਗਿਸ਼ੇਬਰਮ 2 8035 ਮੀਟਰ ਦੇ ਲਗਭਗ ਇਹਦੇ ਵਿੱਚ ਹੀ ਸ਼ਾਮਲ ਹਨ। ਹਿਮਾਲਿਆ ਪਰਬਤ ਦਾ ਦੂਸਰਾ ਭਾਗ ਹੈ ਦ ਗ੍ਰੇਟ ਹਿਮਾਲਿਆਜ਼ ਯਾਨੀ ਉੱਚਤਮ ਹਿਮਾਲਿਆ। ਇਸ ਪਰਬਤ ਸ਼੍ਰੇਣੀ ਨੂੰ ਅੰਦਰੂਨੀ ਹਿਮਾਲਿਆ ਜਾਂ ਹਿਮਾਦਰੀ ਵੀ ਕਿਹਾ ਜਾਂਦਾ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਹਿਮਾਦਰੀ ਕੀ ਹੁੰਦਾ। ਇਸ ਸ਼੍ਰੇਣੀ ਦੀ ਔਸਤ ਉਚਾਈ 6100 ਮੀਟਰ ਤੱਕ ਹੈ ਅਤੇ ਲੰਬਾਈ 2400 ਕਿਲੋਮੀਟਰ ਤੱਕ ਹੈ। ਇਹ ਸ਼੍ਰੇਣੀ ਉੱਤਰ ਪੱਛਮ ਵਿੱਚ ਨੰਗਾ ਪਰਬਤ ਤੋਂ ਲੈ ਕੇ ਪੂਰਬ ਵਿੱਚ ਨਾਮਚਾ ਬਰਵਾ ਪਰਬਤ ਤੱਕ ਫੈਲੀ ਹੋਈ ਹੈ। ਇੱਕ ਹੋਰ ਦਿਲਚਸਪ ਫੈਕਟ ਜਿਹੜਾ ਬੇਟੇ ਇਹ ਹੈ ਕਿ ਜਿਹੜੀ ਮਾਊਂਟ ਐਵਰੈਸਟ ਸਭ ਤੋਂ ਉੱਚੀ ਚੋਟੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਵੀ ਇਸੇ ਭਾਗ ਵਿੱਚ ਆਉਂਦੀ ਹੈ, ਉੱਚਤਮ ਹਿਮਾਲਿਆ ਵਿੱਚ। ਤੇ ਇਸ ਚੋਟੀ ਨੂੰ ਨੇਪਾਲ ਵਿੱਚ ਕੀ ਕਹਿੰਦੇ ਆ, ਸਾਗਰ ਮੱਥਾ, ਤੇ ਤਿੱਬਤ ਵਿੱਚ ਖੋਮਲੰਗਮਾ ਕਹਿੰਦੇ ਆ। ਇਸ ਪਰਬਤ ਸ਼੍ਰੇਣੀ ਦੀਆਂ ਹੋਰ ਉੱਚੀਆਂ ਚੋਟੀਆਂ ਹਨ ਕੰਚਨਜੰਗਾ, ਲੋਤਸੇ, ਮਕਾਲੂ, ਧੌਲਗਿਰੀ, ਮੰਸਾਲੂ, ਨੰਗਾ ਪਰਬਤ, ਅੰਨਪੂਰਨਾ, ਗੁਸਾਈਨਾਥਨ ਐਟਸੈਟਰਾ। ਹੁਣ ਬੇਟਾ ਪਾਸਿਸ ਦੀ ਗੱਲ ਕਰ ਰਹੀਏ। ਪਾਸਿਸ ਉਹ ਹੁੰਦੇ ਆ ਜਿਵੇਂ ਦੋ ਪਹਾੜਾਂ ਦੇ ਵਿੱਚ ਮੈਦਾਨੀ ਭਾਗ ਥੋੜਾ ਜਿਹਾ ਹੋਵੇ, ਜਿਸ ਦੇ ਨਾਲ ਪਹਾੜਾਂ ਦੇ ਪਾਰ ਜਾਇਆ ਜਾ ਸਕਦਾ ਹੋਵੇ ਆਸਾਨੀ ਨਾਲ। ਤੇ ਹਿਮਾਲਿਆ ਵਿੱਚ ਵੀ ਬਹੁਤ ਥਾਵਾਂ ਤੇ ਪਾਸਿਸ ਹੈਗੇ ਆ, ਜਿਵੇਂ ਬੁਰਜ਼ੀਲ ਤੇ ਜੋਜ਼ੀਲਾ ਕਸ਼ਮੀਰ ਵਿੱਚ ਹੈ, ਬੜਾ ਲਾਚਾਲਾ ਤੇ ਸ਼ਿਪਕੀਲਾ ਹਿਮਾਚਲ ਪ੍ਰਦੇਸ਼ ਵਿੱਚ ਹੈ, ਠੱਗਲਾ, ਨੀਤੀ ਪਾਸ ਤੇ ਲਿਪੂਲੇਖ ਉੱਤਰਾਖੰਡ ਵਿੱਚ ਹਨ। ਨਾਥੂਲਾ ਤੇ ਜਿਲਪਲਾ ਸਿੱਕਮ ਰਾਜਾਂ ਵਿੱਚ ਕੁਝ ਮਸ਼ਹੂਰ ਦਰੇ ਹਨ। ਪਹਾੜੀ ਭਾਸ਼ਾਵਾਂ ਵਿੱਚ ਲਾ ਤੋਂ ਭਾਵ ਹੈ ਦर्रा। ਹਿਮਾਲਿਆ ਪਰਬਤ ਦੀ ਸਭ ਤੋਂ ਛੋਟੀ ਸ਼੍ਰਿੰਖਲਾ ਜਿਹੜੀ ਸ਼ਿਵਾਲਿਕ ਪਰਬਤ ਹੈ ਤੇ ਉੱਚਤਮ ਹਿਮਾਲਿਆ ਜਿਹੜਾ ਆਪਾਂ ਪੜ੍ਹ ਕੇ ਹਟੇ ਹਾਂ, ਉਹਦੇ ਵਿਚਕਾਰ ਇੱਕ ਬੇਟਾ ਹੁੰਦਾ ਹੈ ਵਿਚਕਾਰਲਾ ਜਾਂ ਛੋਟਾ ਹਿਮਾਲਿਆ, ਇਨਰ ਔਰ ਲੋਅਰ ਹਿਮਾਲਿਆ ਜਿਹਨੂੰ ਕਹਿੰਦੇ ਆ। ਇਸ ਦੀ ਔਸਤ ਉਚਾਈ 5050 ਮੀਟਰ ਹੈ। ਇਸ ਸ਼੍ਰੇਣੀ ਦੀਆਂ ਜ਼ਿਆਦਾਤਰ ਚੋਟੀਆਂ ਬੇਟੇ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ। ਇਸ ਪਹਾੜੀ ਸ਼੍ਰਿੰਖਲਾ ਵਿੱਚ ਬੇਟਾ ਪੀਰ ਪੰਜਾਲ, ਧੌਲਾਧਾਰ, ਮਸੂਰੀ, ਨਾਗ, ਟਿੱਬਾ, ਮਹਾਭਾਰਤ ਲੇਖ ਆਦਿ ਚੋਟੀਆਂ ਹੈਗੀਆਂ। ਰਮਣੀਕ ਸਥਾਨ ਬਹੁਤ ਹੈ, ਜਿੱਥੇ ਕਿ ਬਹੁਤ ਹੀ ਦਿਲ ਖਿੱਚਵੇਂ ਸਥਾਨ ਹੈ, ਸਿਹਤਵਰਧਕ ਸਥਾਨ। ਦੁਨੀਆ ਭਰ ਦੇ ਸੈਲਾਨੀ ਇੱਥੇ ਘੁੰਮਣ ਆਉਂਦੇ ਹੈ। ਹੁਣ ਤੁਹਾਨੂੰ ਪਤਾ ਕੋਵਿਡ ਦੀ ਸਿਚੁਏਸ਼ਨ ਕਰਕੇ ਬਹੁਤ ਘੱਟ ਯਾਤਰੀ ਆ ਰਹੇ ਹੈ, ਤੇ ਇਹ ਸਥਾਨ ਹਨ ਜਿਹੜੇ ਇਸੇ ਪਹਾੜੀ ਸ਼੍ਰਿੰਖਲਾ 'ਚ ਆ ਰਹੇ ਹੈ। ਮਸੂਰੀ, ਸ਼ਿਮਲਾ, ਡਲਹੌਜ਼ੀ, ਨੈਨੀਤਾਲ, ਚਕਰਾਤਾ, ਕਾਂਗੜਾ, ਕੁੱਲੂ ਘਾਟੀ ਐਂਡ ਰਾਨੀਖੇਤ। ਹਿਮਾਲਿਆ ਪਰਬਤ ਦਾ ਸਭ ਤੋਂ ਹੇਠਲਾ ਭਾਗ ਸ਼ਿਵਾਲਿਕ ਲੜੀ ਹੈ। ਸ਼ਿਵਾਲਿਕ ਨੂੰ ਬਾਹਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਇਹਦੀ ਲੰਬਾਈ 2400 ਕਿਲੋਮੀਟਰ, ਚੌੜਾਈ ਹਿਮਾਚਲ ਵਿੱਚ 50 ਕਿਲੋਮੀਟਰ ਤੇ ਬ੍ਰਹਮਪੁੱਤਰ ਘਾਟੀ ਵਿੱਚ ਘਟ ਕੇ 15 ਕਿਲੋਮੀਟਰ ਤੋਂ ਵੀ ਘੱਟ ਰਹਿ ਜਾਂਦੀ ਹੈ। ਇਸ ਸ਼ਿਵਾਲਿਕ ਲੜੀ ਦੇ ਬੇਟਾ ਅਲੱਗ-ਅਲੱਗ ਰਾਜਾਂ 'ਚ ਅਲੱਗ-ਅਲੱਗ ਨਾਂ ਹੈਗੇ ਆ। ਜਿਵੇਂ ਜੰਮੂ ਵਿੱਚ ਇਸ ਨੂੰ ਮਾਊਂਟੇਨ ਆਫ ਜੰਮੂ ਯਾਨੀ ਜੰਮੂ ਦੇ ਪਹਾੜ ਕਹਿੰਦੇ ਆ। ਅਰੁਣਾਚਲ ਪ੍ਰਦੇਸ਼ ਵਿੱਚ ਡਫਲਾ,
ਅਬੋਰ, ਮਿਸ਼ਮੀ, ਮਿਰੀ। ਤੇ ਉੱਤਰਾਖੰਡ ਵਿੱਚ ਦੁਧਵਾ ਦੇ ਨਾਂ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਦੁਧਵਾ ਨੈਸ਼ਨਲ ਪਾਰਕ ਵੀ ਇੱਥੇ ਹੀ ਪ੍ਰਸਿੱਧ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਜਾ ਕੇ ਹਿਮਾਲਿਆ ਦੇ ਹਾਂਗ ਤੋਂ ਅਚਾਨਕ ਹੀ ਯਾਨੀ ਇੱਕਦਮ ਹੀ ਦੱਖਣ ਦਿਸ਼ਾ ਵੱਲ ਮੁੜ ਜਾਂਦਾ। ਫਿਰ ਇਸ ਨੂੰ ਯਾਨੀ ਇਸ ਲੜੀ ਨੂੰ ਪੂਰਵਾਂਚਲ ਕਿਹਾ ਜਾਂਦਾ। ਪੂਰਵਾਂਚਲ ਲੜੀ 'ਚ ਬੇਟਾ ਪਟਕਈ ਬਮ, ਨਾਗਾ, ਗਾਰੋ, ਖਾਸੀ, ਜੈਂਤੀਆ ਆਦਿ ਮਹੱਤਵਪੂਰਨ ਲੜੀਆਂ ਹਨ। ਇਹਨਾਂ ਤੋਂ ਇਲਾਵਾ ਪੂਰਬੀ ਮਨੀਪੁਰ ਅਤੇ ਪੂਰਬੀ ਤ੍ਰਿਪੁਰਾ ਵਿੱਚ ਵੀ ਕੁਝ ਮਹੱਤਵਪੂਰਨ ਪਹਾੜੀਆਂ ਆਉਂਦੀਆਂ। ਹਿਮਾਲਿਆ ਪਰਬਤ ਭਾਰਤ ਦੇ ਧਰਾਤਲ ਨੂੰ, ਭਾਰਤ ਦੇ ਸਮਾਜਿਕ ਜੀਵਨ ਨੂੰ, ਭਾਰਤ ਦੇ ਮੌਸਮ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਉੱਤਰ ਵੱਲੋਂ ਆਉਂਦੀਆਂ ਠੰਡੀਆਂ ਹਵਾਵਾਂ ਇਹਨਾਂ ਤੋਂ ਬਚਾਉਂਦਾ। ਮੌਨਸੂਨ ਵਰਖਾ ਇਹਨਾਂ ਕਰਕੇ ਹੀ ਹੁੰਦੀ ਹੈ ਕਿਉਂਕਿ ਮਾਨਸੂਨ ਪੌਣਾ ਇਹਨਾਂ ਨਾਲ ਟਕਰਾਉਂਦੀਆਂ ਤੇ ਚੀਨ ਨਾਲ ਆਪਣੀ ਕੁਦਰਤੀ ਸਰਹੱਦ ਵੀ ਬਣਦੀ ਹੈ। ਚੀਨ 1962 ਵਿੱਚ ਇਹ ਪਹਾੜ ਸਰ ਕਰਕੇ ਹੀ ਭਾਰਤ 'ਤੇ ਹਮਲਾ ਕਰਨਾ ਪਿਆ ਸੀ। ਤੇ ਪ੍ਰਮੁੱਖ ਨਦੀਆਂ ਜਿਵੇਂ ਸਤਲੁਜ, ਗੰਗਾ, ਬ੍ਰਹਮਪੁੱਤਰ, ਸਿੰਧ ਦੀਆਂ ਸਹਾਇਕ ਨਦੀਆਂ ਸਭ ਇਸੇ ਪਰਬਤ ਸ਼੍ਰੇਣੀ 'ਚੋਂ ਨਿਕਲਦੀਆਂ। ਜੜੀਆਂ ਬੂਟੀਆਂ ਦਾ ਭੰਡਾਰ ਹੈ ਆਪਣਾ ਹਿਮਾਲਿਆ। ਆਯੁਰਵੈਦਿਕ ਦਵਾਈਆਂ ਬਣਦੀਆਂ। ਡਲਹੌਜ਼ੀ, ਸ਼ਿਮਲਾ, ਨੈਨੀਤਾਲ, ਮਨਾਲੀ, ਮਸੂਰੀ, ਅਲਮੋੜਾ, ਦਾਰਜੀਲਿੰਗ ਇਹ ਸਾਰੇ ਸਥਾਨ ਇਸੇ ਹਿਮਾਲਿਆ ਪਰਬਤ 'ਚ ਆਉਂਦੇ ਹੈ। ਤੇ ਕਈ ਧਾਰਮਿਕ ਸਥਾਨ ਵੀ ਆਉਂਦੇ, ਤੀਰਥ ਸਥਾਨ ਕੈਲਾਸ਼, ਅਮਰਨਾਥ, ਬਦਰੀਨਾਥ, ਕੇਦਾਰਨਾਥ, ਮਾਤਾ ਵੈਸ਼ਨੋ ਦੇਵੀ, ਜਵਾਲਾ ਜੀ, ਚਿੰਤਪੁਰਨੀ, ਗੰਗੋਤਰੀ, ਯਮਨੋਤਰੀ, ਸ੍ਰੀ ਹੇਮਕੁੰਟ ਸਾਹਿਬ ਆਦਿ ਸਾਰੇ ਤੀਰਥ ਸਥਾਨ ਇਸੇ ਹਿਮਾਲਿਆ ਪਰਬਤ 'ਚ ਹਨ। ਹਜ਼ਾਰਾਂ ਯਾਤਰੀ ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਆਉਂਦੇ ਹੈ। ਭਾਰਤ ਦੀ ਦੂਸਰੀ ਭੂ-ਕਿਰਤੀ ਹੈ ਉੱਤਰ ਦੇ ਵਿਸ਼ਾਲ ਮੈਦਾਨ। ਇਹਨਾਂ ਨੂੰ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਸਭ ਤੋਂ ਵੱਡੇ ਜਲੋੜ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹੁੰਦੇ ਹਨ। ਭਾਰਤ ਵਿੱਚ ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਤੱਕ ਹੈ। ਹਿਮਾਲਿਆ ਪਰਬਤਾਂ ਤੋਂ ਹੇਠਾਂ ਵਗਣ ਵਾਲੀਆਂ ਨਦੀਆਂ ਉਹਨਾਂ ਦੁਆਰਾ ਰੋੜ ਕੇ ਲਿਆਂਦੀ ਗਈ ਮਿੱਟੀ ਜਿਸ ਦਾ ਨਿਖੇਪ ਹੁੰਦਾ ਯਾਨੀ ਡਿਪੋਜੀਸ਼ਨ ਹੁੰਦੀ ਹੈ, ਉਹਦੇ ਨਾਲ ਇਹ ਮੈਦਾਨ ਬਣੇ ਹੈ। ਯਾਨੀ ਜਿਹੜੀਆਂ ਨਦੀਆਂ ਨੇ ਮਿੱਟੀ ਵਿਛਾਈ ਹੈ ਉਪਜਾਊ ਮਿੱਟੀ, ਉਸ ਦੇ ਨਾਲ ਇਹ ਮੈਦਾਨ ਬਣੇ ਹੈ। ਇਹਨਾਂ ਮੈਦਾਨਾਂ ਵਿੱਚ ਕਈ ਪ੍ਰਕਾਰ ਦੇ ਭੂ ਰੂਪ ਜਿਵੇਂ ਐਲੂਵੀਅਲ ਫੈਨਸ, ਜਲੋੜ ਪੱਖੇ, ਜਲੋੜ ਕੋਨ, ਐਲੂਵੀਅਲ ਕੋਨਸ, ਵਾਲਦਾਰ ਨਦੀਆਂ, ਮੀਐਂਡਰਸ, ਕੁਦਰਤੀ ਬਨ, ਨੈਚੁਰਲ ਲੇਵੀਜ਼, ਹੜ੍ਹਾਂ ਦੇ ਮੈਦਾਨ ਆਦਿ ਸਾਰਾ ਕੁਛ ਇੱਥੇ ਮਿਲਦਾ ਹੈ। ਆ ਦੇਖੋ ਬੇਟਾ ਜਿਓਮੋਰਫੋਲੋਜੀ ਜਿਹੜੀ ਪਲੇਨਸ ਦੀ ਹੈ ਇਹ ਚਾਰਟ ਦਿਖਾ ਰਿਹਾ ਹੈ। ਜਿਹੜੀਆਂ ਖੇਤਰੀ ਵਿਭਿੰਨਤਾਵਾਂ ਉਹ ਇੱਕ ਮਹੱਤਵਪੂਰਨ ਪੱਖ ਆ ਆਪਣੇ ਗੰਗਾ ਬ੍ਰਹਮਪੁੱਤਰ ਮੈਦਾਨਾਂ ਦਾ। ਆ ਨੈਕਸਟ ਚੀਜ਼ ਬੇਟਾ ਬੜੇ ਧਿਆਨ ਨਾਲ ਸਮਝਣ ਵਾਲੀ ਹੈ। ਇਹਦੇ 'ਚ ਮੈਦਾਨਾਂ ਦੀ ਵੰਡ ਅਤੇ ਬਣਤਰ ਹੈ, ਯਾਨੀ ਇੰਗਲਿਸ਼ 'ਚ ਆਪਾਂ ਕਹ ਲਈਏ ਸਟਰਕਚਰ ਤੇ ਡਿਵੀਜ਼ਨਸ ਆਫ ਪਲੇਨਸ ਹੈ। ਸਟਰਕਚਰ ਦੇ ਅਨੁਸਾਰ ਮੈਦਾਨਾਂ ਨੂੰ ਭਾਬਰ, ਤਰਾਈ, ਖਾਡਰ, ਬਾਂਗਰ, ਰੇਹ ਜਾਂ ਕੱਲਰ ਤੇ ਭੂਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਤੇ ਖੇਤਰੀ ਵੰਡ ਵਿੱਚ ਸਿੰਧ ਦੇ ਮੈਦਾਨ, ਗੰਗਾ ਦੇ ਮੈਦਾਨ ਤੇ ਬ੍ਰਹਮਪੁੱਤਰ ਦੇ ਮੈਦਾਨ ਆਉਂਦੇ ਆ। ਸਿੰਧ ਦੇ ਮੈਦਾਨ ਜਿਹੜੇ ਆ ਉਹ ਸਿਸ ਸਤਲੁਜ ਦੁਆਬ, ਬਿਸਤ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਘ ਸੱਦ
ਸਿੰਧ ਸਾਗਰ ਦੁਆਬ ਦੇ ਨਾਂ ਨਾਲ ਜਾਣੇ ਜਾਂਦੇ ਆ। ਗੰਗਾ ਦੇ ਮੈਦਾਨ ਅੱਗੇ ਗੰਗਾ ਦੇ ਉੱਚੇ ਮੈਦਾਨ, ਗੰਗਾ ਦੇ ਵਿਚਕਾਰਲੇ ਮੈਦਾਨ ਤੇ ਗੰਗਾ ਦੇ ਨਿਚਲੇ ਮੈਦਾਨਾਂ ਨਾਲ ਜਾਣੇ ਜਾਂਦੇ ਆ। ਬ੍ਰਹਮਪੁੱਤਰ ਦੇ ਮੈਦਾਨ ਨਿਚਲੀ ਬ੍ਰਹਮਪੁੱਤਰ ਘਾਟੀ ਤੇ ਦੁਆਰ ਦੇ ਨਾਂ ਨਾਲ ਜਾਣੇ ਜਾਂਦੇ ਆ। ਥੱਲੇ ਧਿਆਨ ਨਾਲ ਦੇਖਿਓ, ਗੰਗਾ ਦੇ ਜਿਹੜੇ ਨਿਚਲੇ ਮੈਦਾਨ ਆ ਉਹ ਰਾਹਤ ਖੇਤਰ ਤੇ ਡੈਲਟਾਈ ਮੈਦਾਨ ਵਿੱਚ ਵੰਡੇ ਹੋਏ ਆ, ਤੇ ਗਾਂ ਡੈਲਟਾਈ ਮੈਦਾਨ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਆ। ਭੀਲ ਯਾਨੀ ਬਾਹਰੀ ਦਲਦਲੀ ਡੈਲਟਾਈ ਮੈਦਾਨ ਤੇ ਝਰ ਯਾਨੀ ਅੰਦਰੂਨੀ ਡੈਲਟਾਈ ਮੈਦਾਨ ਕਹਾਉਂਦੇ ਆ। ਇਹ ਭਾਬਰ ਕੀ ਹੈ? ਭਾਬਰ ਉਹ ਇਲਾਕਾ ਹੈ ਜਿਹੜਾ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ ਯਾਨੀ ਫੁੱਟ ਹਿਲਸ ਵਿੱਚ ਆਉਂਦਾ ਹੈ। 8 ਤੋਂ 16 ਕਿਲੋਮੀਟਰ ਚੌੜੀ ਇਹ ਪੱਟੀ ਹੈ ਜੋ ਸਿੰਧ ਦਰਿਆ ਤੋਂ ਤੀਸਤਾ ਦਰਿਆ ਤੱਕ, ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਪਹਾੜਾਂ ਦੇ ਨਾਲ ਚੱਲਦੀ ਹੈ। ਭਾਬਰ ਦਾ ਖੇਤਰ ਬੜੀ ਘੱਟ ਢਲਾਣ ਵਾਲਾ ਹੁੰਦਾ ਹੈ ਤੇ ਕੋਰਸ ਜਿਹਾ ਯਾਨੀ ਰਫ ਜਿਹਾ ਜਲੋੜੀ ਜ਼ੋਨ ਖੇਤਰ ਹੈ। ਇਹ ਜ਼ੋਨ ਹੈ ਜਿਹੜਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਥੱਲੇ ਥੱਲੇ ਵਗਦਾ ਤੇ ਇਹਨਾਂ ਵਿੱਚ ਛੋਟੀਆਂ ਛੋਟੀਆਂ ਨਦੀਆਂ ਜਿਹੜੀਆਂ ਛੋਟੇ ਛੋਟੇ ਨਾਲੇ ਹੈ ਉਹ ਇਸ ਤਲਛਟਾਂ ਵਿੱਚ ਅਲੋਪ ਹੋ ਜਾਂਦੇ ਆ। ਸ਼ਿਵਾਲਿਕ ਪਰਬਤ ਲੜੀ ਤੋਂ ਮੈਦਾਨਾਂ ਵਿੱਚ ਹੇਠਾਂ ਆਉਂਦੀਆਂ ਨਦੀਆਂ ਆਪਣੇ ਨਾਲ ਵਹਾ ਕੇ ਲਿਆਂਦੇ ਪੱਥਰ, ਕੰਕਰ, ਕੌਂਗਲੋਮਰੇਟ ਆਦਿ ਇਸ ਪੱਟੀ ਵਿੱਚ ਜਮ੍ਹਾਂ ਕਰ ਦਿੰਦੀਆਂ ਹਨ। ਇਹਨਾਂ ਕੰਕਰ ਪੱਥਰਾਂ ਦੀ ਪਾਣੀ ਸੋਖਣ ਦੀ ਸਮਰੱਥਾ ਯਾਨੀ ਪੋਰੋਸਿਟੀ ਕਾਫੀ ਜ਼ਿਆਦਾ ਹੁੰਦੀ ਹੈ। ਪੱਥਰਾਂ ਦੀ ਇਹ ਭਰਮਾਰ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੁੰਦੀ। ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦਾ ਦੂਸਰਾ ਰੂਪ ਹੈ ਤਰਾਈ। ਭਾਬਰ ਦੇ ਬਿਲਕੁਲ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ ਜੋ ਭਾਬਰ ਦੇ ਨਾਂ ਨਾਲ ਚੱਲਦੀ ਹੈ। ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ ਹੈ। ਭਾਬਰ ਪੱਟੀ ਵਿੱਚ ਕੰਕਰਾਂ ਦੇ ਥੱਲੇ ਵਹਿ ਰਹੀਆਂ ਨਦੀਆਂ ਇਸ ਪੱਟੀ ਵਿੱਚ ਬਾਹਰ ਆ ਜਾਂਦੀਆਂ ਹਨ। ਇਸ ਕਾਰਨ ਇਹ ਪੱਟੀ ਦਲਦਲ ਹੁਮਸ ਨਾਲ ਭਰੀ ਰਹਿੰਦੀ ਹੈ। ਜ਼ਿਆਦਾ ਮੀਂਹ ਪੈਣ ਕਰਕੇ ਇਹ ਪੱਟੀ ਵਿੱਚ ਸੰਘਣੇ ਜੰਗਲ ਹੁੰਦੇ ਹਨ। ਪੰਜਾਬ ਤੇ ਉੱਤਰਾਖੰਡ ਦਾ ਜ਼ਿਆਦਾਤਰ ਤਰਾਈ ਇਲਾਕਾ ਜੰਗਲਾਂ ਨੂੰ ਸਾਫ਼ ਕਰਕੇ ਵਾਹੀਯੋਗ ਬਣਾ ਦਿੱਤਾ ਗਿਆ ਹੈ। ਤੀਸਰਾ ਭੂ ਰੂਪ ਹੈ ਬੇਟਾ ਬਾਂਗਰ, ਜਿਹੜਾ ਕਿ ਗੰਗਾ ਬ੍ਰਹਮਪੁੱਤਰ ਮੈਦਾਨਾਂ ਦੀ ਇੱਕ ਵਿਸ਼ੇਸ਼ਤਾ ਹੈ। ਬਾਂਗਰ ਦੇ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ ਜਿੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ। ਬਾਂਗਰ ਮਿੱਟੀ ਵਿੱਚ ਕੰਕਰਾਂ ਦੀ ਬਹੁਤਾਤ ਹੁੰਦੀ ਹੈ, ਇਸ ਕਰਕੇ ਇੱਥੇ ਮਿੱਟੀ ਵੀ ਪੁਰਾਣੀ ਹੁੰਦੀ ਹੈ ਤੇ ਖੇਤੀ ਲਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ। ਅੱਗੇ ਹੈ ਬੇਟਾ ਬੇਟ ਇਲਾਕੇ ਵਾਲੀ ਖਾਡਰ ਮਿੱਟੀ। ਇਹ ਮਿੱਟੀ ਨਵੀਂ ਜਲੋੜੀ ਮਿੱਟੀ ਹੈ ਜੋ ਕਿ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਇਹ ਮਿੱਟੀ ਬਹੁਤ ਜ਼ਿਆਦਾ ਉਪਯੋਗ ਹੁੰਦੀ ਹੈ। ਪੰਜਾਬ ਵਿੱਚ ਅਜਿਹੇ ਖਾਡਰ ਮਿੱਟੀ ਵਾਲੇ ਇਲਾਕੇ ਨੂੰ ਕੀ ਕਿਹਾ ਜਾਂਦਾ? ਬੇਟ ਕਿਹਾ ਜਾਂਦਾ। ਬੇਟ। ਖਾਡਰ ਮਿੱਟੀ ਵਾਲੇ ਮੈਦਾਨਾਂ ਤੋਂ ਬਾਅਦ ਅਗਲੇ ਮੈਦਾਨ ਆਉਂਦੇ ਬੇਟਾ ਰੇਹ ਜਾਂ ਕਲਰੀ ਮਿੱਟੀ ਦੇ ਮੈਦਾਨ। ਇਹ ਬੰਜਰ ਮੈਦਾਨ ਹੁੰਦੇ ਆ ਬੇਟਾ ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਮੈਦਾਨ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਮਿਲਦੇ ਹਨ। ਲਾਸਟ ਤੇ ਬੇਟਾ ਭੂਰ ਦੇ ਮੈਦਾਨ ਹੁੰਦੇ ਆ। ਇਹ ਗੰਗਾ ਨਦੀ ਦੇ ਨਾਲ ਜਿਹੜਾ ਗੰਗਾ ਯਮੁਨਾ ਦੁਆਬ ਆ ਉਹਦੇ ਵਿੱਚ ਗੰਗਾ ਨਦੀ ਦੇ ਨਾਲ ਉੱਚੇ ਮੈਦਾਨਾਂ ਨੂੰ ਕਿਹਾ ਜਾਂਦਾ ਹੈ, ਭੂਰ ਦੇ ਮੈਦਾਨ ਕਿਹਾ ਜਾਂਦਾ ਹੈ। ਇਹਨਾਂ ਮੈਦਾਨਾਂ ਦੀ ਮਿੱਟੀ ਦਾ ਨਿਰਮਾਣ ਪੌਣਾ ਦੁਆਰਾ ਉਡਾ ਕੇ ਜਮ੍ਹਾਂ ਕੀਤੀ ਮਿੱਟੀ ਨਾਲ ਹੋਇਆ। ਵਿੰਡਸ ਜੋ ਵੀ ਮਿੱਟੀ ਲਿਆਉਂਦੀਆਂ ਸੀ ਉਹਦੇ ਨਾਲ ਇਸ ਦਾ ਨਿਰਮਾਣ ਹੋਇਆ। ਠੀਕ ਹੈ ਬੇਟਾ,
ਇਹ ਆਪਾਂ 6 ਕਿਸਮ ਦੇ ਮੈਦਾਨ ਜਿਹੜੇ ਆ ਕੀਤੇ ਆ। ਹੁਣ ਬੇਟਾ ਆਪਾਂ ਮੈਦਾਨਾਂ ਦੀ ਖੇਤਰੀ ਵੰਡ ਬਾਰੇ ਪੜਾਂਗੇ। ਸੋ ਬੇਟਾ ਹੁਣ ਆਪਾਂ ਮੈਦਾਨਾਂ ਦੀ ਖੇਤਰੀ ਵੰਡ ਬਾਰੇ ਜਾਣੀਏ। 4 ਭਾਗਾਂ ਵਿੱਚ ਭਾਰਤ ਦੇ ਵਿਸ਼ਾਲ ਮੈਦਾਨਾਂ ਨੂੰ ਵੰਡਿਆ ਜਾਂਦਾ ਹੈ। ਪਹਿਲਾ ਹੈ ਪੰਜਾਬ ਹਰਿਆਣਾ ਦੇ ਮੈਦਾਨ, ਦੂਸਰਾ ਰਾਜਸਥਾਨ ਦੇ ਮੈਦਾਨ ਤੇ ਮਾਰੂਥਲ, ਤੀਸਰਾ ਹੈ ਬੇਟਾ ਗੰਗਾ ਦੇ ਮੈਦਾਨ ਤੇ ਚੌਥੇ ਨੰਬਰ ਤੇ ਆਉਂਦੇ ਆ ਬ੍ਰਹਮਪੁੱਤਰ ਦੇ ਮੈਦਾਨ। ਬੇਟਾ ਜਿਵੇਂ ਕਹਿੰਦੇ ਆ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰ ਵਾਲਿਆਂ ਨੂੰ ਦਵੇ। ਆਪਾਂ ਵੀ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਦੇ ਮੈਦਾਨਾਂ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਆਪਾਂ ਇੱਥੇ ਰਹਿ ਰਹੇ ਹਾਂ। ਬੇਟਾ ਇਹ ਜਿਹੜੇ ਮੈਦਾਨ ਆ ਪੰਜਾਬ ਹਰਿਆਣਾ ਦੇ ਮੈਦਾਨ, ਇਹ ਉੱਤਰ ਪੱਛਮ ਤੋਂ ਦੱਖਣ ਪੂਰਬ ਤੱਕ, ਨਾਰਥ ਵੈਸਟ ਤੋਂ ਸਾਊਥ ਈਸਟ ਤੱਕ 640 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਆ। ਕਿੰਨੇ ਭਲਾ? 640 ਕਿਲੋਮੀਟਰ। ਹੁਣ ਇਹਨਾਂ ਦੀ ਔਸਤ ਚੌੜਾਈ ਜੇ ਦੇਖੀਏ, ਔਸਤ ਤਾਂ ਦੱਸਿਆ ਕਿਤੇ ਘੱਟ ਹੈ ਕਿਤੇ ਵੱਧ ਹੈ, ਤੇ ਔਸਤ ਚੌੜਾਈ 300 ਕਿਲੋਮੀਟਰ ਹੈ। ਤੇ ਇਹਨਾਂ ਮੈਦਾਨਾਂ ਦਾ ਬੇਟਾ ਕੁੱਲ ਖੇਤਰਫਲ 1.7 ਲੱਖ ਸਕੁਅਰ ਕਿਲੋਮੀਟਰ, 1.75 ਲੱਖ ਵਰਗ ਕਿਲੋਮੀਟਰ, ਯਾਨੀ ਕਿ 1,75,000 ਵਰਗ ਕਿਲੋਮੀਟਰ ਹੈ। ਹੁਣ ਇਹ ਮੈਦਾਨ ਕਿੱਥੋਂ ਕਿੱਥੋਂ ਤੱਕ? ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਾਰੀਆਂ ਨਦੀਆਂ ਦੁਆਰਾ ਵਿਛਾਏ ਗਏ ਜਲੋੜ ਨਾਲ ਬਣਿਆ ਹੋਇਆ। ਦੇਖੋ ਇੰਨੀਆਂ ਨਦੀਆਂ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਮੈਦਾਨ ਦੇ 5 ਦੁਆਬ ਹਨ ਬੇਟਾ, ਬਹੁਤ ਇੰਟਰਸਟਿੰਗ ਹੁੰਦੇ ਆ, ਯਾਦ ਰੱਖਣ ਵਾਲੇ ਆ, ਜਿਨ੍ਹਾਂ ਵਿੱਚ ਬਿਸਤ ਦੁਆਬ, ਦੇਖੋ ਬੀ ਤੋਂ ਬਿਆਸ, ਸਤ ਤੋਂ ਸਤਲੁਜ, ਇਹਨਾਂ ਦੋਨਾਂ ਦਰਿਆਵਾਂ ਦਾ ਵਿਚਕਾਰਲਾ ਇਲਾਕਾ ਇਹ ਬਿਸਤ ਹੈ। ਬਾਰੀ ਦੁਆਬ ਜਿਵੇਂ ਬਿਆਸ ਤੇ ਰਾਵੀ, ਇਹਨਾਂ ਦੋਨਾਂ ਦੇ ਵਿਚਕਾਰਲਾ, ਚਨਾਬ, ਰਾਵੀ ਤੇ ਚਨਾਬ ਦੇ ਵਿਚਕਾਰ, ਤੇ ਰਚਨਾ ਦੁਆਬ ਇਸ ਨੂੰ ਕਹਿੰਦੇ ਆ। ਝੱਜ ਦੁਆਬ ਬੇਟਾ ਚਨਾਬ ਜਾਂ ਚਨਾਹ ਦੇ ਵਿਚਕਾਰ, ਤੇ ਇੱਕ ਦੁਆਬ ਹੈਗਾ ਸਿੰਧ ਦੁਆਬ, ਇਹ ਹੈਗਾ ਜੇਹਲਮ, ਚਨਾਬ ਤੇ ਸਿੰਧ ਦਰਿਆਵਾਂ ਦਾ ਵਿਚਕਾਰਲਾ ਇਲਾਕਾ। ਉੱਤਰ ਦੇ ਵਿਸ਼ਾਲ ਮੈਦਾਨਾਂ ਦਾ ਦੂਸਰਾ ਭਾਗ ਰਾਜਸਥਾਨ ਦਾ ਆਉਂਦਾ ਹੈ। ਇਹ ਰਾਜਸਥਾਨ ਦੇ ਮੈਦਾਨ ਵੀ ਹੈ ਤੇ ਮਾਰੂਥਲ ਵੀ ਆਪਾਂ ਕਹਿ ਸਕਦੇ ਹਾਂ। ਇਹ ਅਸਲ ਵਿੱਚ ਸਤਲੁਜ ਦੇ ਮੈਦਾਨ ਦਾ ਹੀ ਉਹ ਹਿੱਸਾ ਹੈ ਜੋ ਕਦੇ ਘੱਗਰ ਤੇ ਸਰਸਵਤੀ ਕਾਰਨ ਹਰਾ ਭਰਾ ਹੁੰਦਾ ਸੀ, ਐਨ ਪੂਰਾ ਗ੍ਰੀਨ ਹੁੰਦਾ ਸੀ, ਪਰ ਹੁਣ ਮਾਰੂ ਭਾਵ ਰੇਤਲੀ ਭੂਮੀ ਹੈ, ਯਾਨੀ ਮਾਰੂਥਲ ਹੈ। ਥਾਰ ਰੇਗਿਸਤਾਨ ਜਾਂ ਮਾਰੂਥਲ ਵਜੋਂ ਜਾਣਿਆ ਜਾਂਦਾ ਇਹ ਇਲਾਕਾ ਪੰਜਾਬ ਦੇ ਦੱਖਣ ਪੱਛਮ ਯਾਨੀ ਸਾਊਥ ਵੈਸਟ ਤੋਂ ਰਾਜਸਥਾਨ ਦੇ ਪੱਛਮ ਵਿੱਚ 650 ਕਿਲੋਮੀਟਰ ਲੰਬਾਈ ਅਤੇ 250 ਕਿਲੋਮੀਟਰ ਦੀ ਚੜ੍ਹਾਈ ਵਿੱਚ ਫੈਲਿਆ ਹੋਇਆ ਹੈ। ਥਾਰ ਰੇਗਿਸਤਾਨ ਦੇ ਪੂਰਬੀ ਹਿੱਸੇ ਨੂੰ ਰਾਜਸਥਾਨ ਬਾਂਗਰ ਵੀ ਕਹਿੰਦੇ ਹਨ। ਥਾਰ ਬੇਟਾ ਰੇਗਿਸਤਾਨ ਵਿੱਚ ਰੇਤ ਦੇ ਟਿੱਬੇ ਯਾਨੀ ਸੈਂਡ ਡਿਊਨਸ ਅਤੇ ਖਾਰੇ ਪਾਣੀ ਦੀਆਂ ਕੁਝ ਝੀਲਾਂ ਵੀ ਮਿਲਦੀਆਂ ਹਨ। ਸਾਂਬਰ, ਚਿਤਵਾਨਾ, ਤੇਗਾਨਾ, ਸਾਰਮੋਲ, ਇਹ ਜਿਹੀਆਂ ਕੁਝ ਝੀਲਾਂ ਇੱਥੇ ਹੈਗੀਆਂ। ਅੱਗੇ ਬੇਟੇ 550 ਕਿਲੋਮੀਟਰ ਲੰਬੇ ਤੇ 380 ਕਿਲੋਮੀਟਰ ਤੱਕ ਚੌੜੇ ਵਿਸ਼ਾਲ ਮੈਦਾਨ, ਜਿਨ੍ਹਾਂ ਦਾ ਨਿਰਮਾਣ ਗੰਗਾ ਦੀਆਂ ਸਹਾਇਕ ਨਦੀਆਂ ਗੰਡਕ, ਯਮੁਨਾ, ਘਾਗਰਾ, ਕੋਸੀ, ਸੋਨ, ਕੇਨ, ਬੇਤਵਾ ਅਤੇ ਚੰਬਲ ਆਦਿ ਨਾਲ ਹੋਇਆ ਹੋਇਆ, ਯਾਨੀ ਇਹਨਾਂ ਦੁਆਰਾ ਲਿਆਈ ਹੋਈ ਮਿੱਟੀ ਨਾਲ ਇਹਨਾਂ ਮੈਦਾਨਾਂ ਦਾ ਨਿਰਮਾਣ ਹੋਇਆ ਹੈ। ਇਹਨਾਂ ਮੈਦਾਨਾਂ ਨੂੰ ਵੀ 3 ਉਪ ਭਾਗਾਂ ਵਿੱਚ ਵੰਡਦੇ ਹੈ। ਉੱਚੇ ਮੈਦਾਨ ਹੈ, ਗੰਗਾ ਦੇ ਵਿਚਕਾਰਲੇ ਮੈਦਾਨ ਹੈ, ਗੰਗਾ ਦੇ ਹੇਠਲੇ ਮੈਦਾਨ ਹੈ। ਆਓ ਇਹਨਾਂ ਤੇ ਵੀ ਇੱਕ ਝਾਤ ਪਾ ਲੈਂਦੇ ਹਾਂ। ਹਾਂਜੀ ਦੇਖੋ, ਗੰਗਾ ਦੇ ਜਿਹੜੇ ਉੱਚੇ ਮੈਦਾਨ ਆ ਇਹਨਾਂ ਨੂੰ ਗੰਗਾ ਯਮੁਨਾ ਦੁਆਬ ਵੀ ਕਿਹਾ ਜਾਂਦਾ ਹੈ। ਇਹ ਗੰਗਾ ਤੇ ਯਮੁਨਾ ਤੋਂ ਇਲਾਵਾ ਰਾਮ ਗੰਗਾ, ਸ਼ਾਰਦਾ, ਬੇਤਵਾ, ਗੋਮਤੀ,
ਅਤੇ ਘਾਗਰਾ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਤੋਂ ਬਣਿਆ। ਇਸ ਮੈਦਾਨ ਵਿੱਚ ਭਾਬਰ ਅਤੇ ਤਰਾਈ ਦੇ ਮੈਦਾਨ ਸ਼ਾਮਲ ਹਨ। ਅੱਗੇ ਬੇਟਾ ਆਉਂਦੇ ਹੈ ਮਿਥਿਲਾ ਜਾਂ ਬਿਹਾਰ ਦੇ ਮੈਦਾਨ। ਇਹ ਗੰਗਾ ਦੇ ਵਿਚਕਾਰਲੇ ਮੈਦਾਨ ਹਨ। ਇਹ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਅਤੇ ਬਿਹਾਰ ਰਾਜਾਂ ਵਿੱਚ ਫੈਲੇ ਹੋਏ ਹਨ, ਤੇ ਇਸੇ ਕਰਕੇ ਤਾਂ ਇਹਨਾਂ ਨੂੰ ਮਿਥਿਲਾ ਜਾਂ ਬਿਹਾਰ ਦੇ ਮੈਦਾਨ ਕਿਹਾ ਜਾਂਦਾ ਹੈ। ਇਸ ਮੈਦਾਨ ਦੀ ਲੰਬਾਈ ਬੇਟਾ 600 ਕਿਲੋਮੀਟਰ ਅਤੇ ਚੌੜਾਈ 330 ਕਿਲੋਮੀਟਰ ਤੱਕ ਹੈ। ਇਹ ਮੈਦਾਨ ਘਾਗਰਾ, ਗੰਡਕ, ਸੋਨ ਅਤੇ ਕੋਸੀ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਨਾਲ ਬਣਿਆ ਹੈ। ਹਾਂਜੀ ਬੇਟਾ, ਗੰਗਾ ਦੇ ਹੇਠਲੀ ਮੈਦਾਨ ਜਿਹੜੇ ਆ ਉਸ ਵਿੱਚ ਸਾਰਾ ਪੱਛਮੀ ਬੰਗਾਲ ਆ ਜਾਂਦਾ, ਦਾਰਜੀਲਿੰਗ ਛੱਡ ਦਿਓ, ਤੇ ਬਿਹਾਰ ਦਾ ਇੱਕ ਪੂਰਲੀਆ ਜ਼ਿਲ੍ਹਾ ਹੈ, ਉਸ ਦੀ ਕਿਸ਼ਨਗੰਜ ਤਹਿਸੀਲ ਹੁੰਦੀ ਇਹਦੇ ਵਿੱਚ। ਇਹਦੀ ਲੰਬਾਈ ਪੁੱਤ 580 ਕਿਲੋਮੀਟਰ, ਚੌੜਾਈ 200 ਕਿਲੋਮੀਟਰ ਤੱਕ ਹੈ। ਤੀਸਤਾ, ਜਲਟਾਕਾ ਤੇ ਤੋਰਸਾ ਨਦੀਆਂ ਤੇ ਜਲੋੜ ਜਮ੍ਹਾਂ ਹੋਣ ਨਾਲ ਇਹ ਮੈਦਾਨ ਬਣਿਆ। ਇਸ ਮੈਦਾਨ ਦਾ ਬੇਟਾ 2/3 ਹਿੱਸਾ ਸੁੰਦਰਬਨ ਡੈਲਟਾ ਹੈ। ਸੁੰਦਰਬਨ ਡੈਲਟੇ ਦਾ ਨਾਂ ਤੁਸੀਂ ਸਾਰੇ ਜਾਣਦੇ ਹੀ ਹੋ, ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਹੈ ਸੁੰਦਰਬਨ ਡੈਲਟਾ। ਇੱਥੇ ਇੱਕ ਖਾਸ ਕਿਸਮ ਦੇ ਮੈਨਗਰੋਵ ਦਰਖਤ ਸੁੰਦਰੀ ਦੇ ਮਿਲਣ ਕਰਕੇ, ਯਾਨੀ ਦਰਖਤ ਦਾ ਨਾਂ ਹੈ ਸੁੰਦਰੀ, ਉਸ ਦੇ ਕਰਕੇ ਇਸ ਦਾ ਨਾਂ ਸੁੰਦਰਬਨ ਡੈਲਟਾ ਪਿਆ ਹੈ। ਮੈਨਗਰੋਵ ਦਰਖਤ ਡੈਲਟੇ ਦੇ ਇਲਾਕਿਆਂ ਵਿੱਚ ਸੰਘਣੇ ਜਵਾਰੀ ਜੰਗਲਾਂ ਤੇ ਦਲਦਲੀ ਇਲਾਕਿਆਂ ਵਿੱਚ ਮਿਲਦੇ ਹਨ। ਇਹਨੂੰ ਆਪਾਂ ਟਾਈਡਲ ਫੋਰੈਸਟ ਕਹਿੰਦੇ, ਜਵਾਰੀ ਜੰਗਲ ਤੇ ਦਲਦਲੀ ਇਲਾਕਿਆਂ ਵਿੱਚ ਇਹ ਸੰਘਣੇ ਬਹੁਤ ਹੁੰਦੇ ਆ, ਉੱਥੇ ਮਿਲਦੇ ਆ। ਉੱਤਰ ਦੇ ਜਿਹੜੇ ਵਿਸ਼ਾਲ ਮੈਦਾਨ ਹੈ ਬੇਟਾ, ਉਹਨਾਂ ਦੀ ਇੱਕ ਬ੍ਰਾਂਚ ਅਸਾਮ ਤੱਕ ਜਾਂਦੀ ਹੈ, ਜਿੱਥੇ ਬ੍ਰਹਮਪੁੱਤਰ ਨਦੀ ਵਗਦੀ ਹੈ, ਤੇ ਇਸ ਨੂੰ ਅਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਸਮੁੰਦਰ ਤਲ ਤੋਂ ਇਹ 250 ਤੋਂ 550 ਮੀਟਰ ਤੱਕ ਉੱਚੇ ਮੈਦਾਨ ਹੈ, ਬ੍ਰਹਮਪੁੱਤਰ ਦੇ ਮੈਦਾਨ ਕਿਹਾ ਜਾਂਦਾ ਹੈ। ਹਿਮਾਲਿਆ ਪਰਬਤ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਤੋਂ ਬਾਅਦ ਆਪਾਂ ਹੁਣ ਪ੍ਰਾਇਦੀਪੀ ਪਠਾਰਾਂ ਬਾਰੇ ਪੜ੍ਹਾਂਗੇ, ਜਿਨ੍ਹਾਂ ਨੂੰ ਪੈਨਿਨਸੂਲਰ ਪਲੇਟੋਜ਼ ਵੀ ਕਿਹਾ ਜਾਂਦਾ ਹੈ। ਇਹ ਭਾਰਤ ਦਾ ਤੀਸਰਾ ਪ੍ਰਮੁੱਖ ਭੂ-ਭਾਗ ਹੈ। ਇਹ ਮੱਧ ਤੇ ਦੱਖਣੀ ਭਾਰਤ ਦਾ ਪਠਾਰੀ ਇਲਾਕਾ ਹੈ। ਇਹ ਸਾਰਾ ਖੇਤਰ ਇੱਕ ਇਕੱਠਾ ਜਿਹਾ ਨਹੀਂ ਹੈ, ਯਾਨੀ ਇੱਕ ਟੱਕ ਜਿਹਾ ਨਹੀਂ ਹੈ ਯੂਨਿਟਰੀ, ਸਗੋਂ ਇਹ ਵੱਖੋ ਵੱਖਰੀ ਪਛਾਣ ਰੱਖਦਾ ਹੈ। ਇਹਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਬੇਟਾ ਇਹਦੀ ਵੰਨ-ਸੁਵੰਨਤਾ ਹੀ ਹੈ। ਇਹਦੇ ਵਿੱਚ ਜਿਹੜੇ ਇਲਾਕੇ ਆ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ। ਇਹ ਪਠਾਰ ਦੁਨੀਆ ਦੇ ਸਭ ਤੋਂ ਪ੍ਰਾਚੀਨ ਭੂ ਰੂਪਾਂ ਵਿੱਚੋਂ ਇੱਕ ਹੈ। ਦੱਸਿਆ ਜਾਂਦਾ ਹੈ 360 ਕਰੋੜ ਸਾਲ ਪੁਰਾਣਾ ਇਹ ਪਠਾਰ 360 ਕਰੋੜ ਸਾਲ ਪੁਰਾਣਾ ਹੈ। ਹਿਮਾਲਿਆ ਤੋਂ ਵੀ ਵੱਡਣ ਵੀ ਹੈ, ਤੇ ਪ੍ਰੀ ਕੈਂਬਰੀਅਨ ਯੁੱਗ ਤੋਂ ਪਹਿਲਾਂ ਇਹ ਗੋਂਡਵਾਨਾ ਲੈਂਡ ਦਾ ਵੀ ਹਿੱਸਾ ਹੁੰਦਾ ਸੀ। ਧਰਤੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਾਲ ਹੈ, ਜੇ ਆਪਾਂ ਗੱਲ ਕਰੀਏ 360 ਕਰੋੜ ਸਾਲ। ਇਹਦਾ ਆਕਾਰ ਤਿਕੋਣਾ ਤੇ ਇਸ ਤਿਕੋਣ ਦੀ ਜਿਹੜੀ ਦੱਖਣੀ ਟਿਪ ਆ ਜਾਂ ਸਭ ਤੋਂ ਦੱਖਣੀ ਸਿਰਾ ਉਹ ਕੰਨਿਆ ਕੁਮਾਰੀ ਹੈ। ਆਓ ਬੇਟਾ, ਮਾਲਵਾ ਦੀ ਪਠਾਰ ਤੇ ਦੱਖਣ ਦੀ ਪਠਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਮੱਧ ਭਾਰਤ ਦੀ ਪਠਾਰ ਬਾਰੇ ਜਾਣੀਏ। ਇਹ ਪਠਾਰੀ ਇਲਾਕਾ ਬੇਟਾ ਮਾਰਵਾੜ ਪਠਾਰ ਦੇ ਪੂਰਬ ਵਿੱਚ ਹੈ, ਤੇ ਇਸ ਦੀ ਦਰਾੜ ਘਾਟੀ ਜਿਹੜੀ ਹੈ ਉਸ ਵਿੱਚੋਂ ਚੰਬਲ ਤੇ ਉਹਦੀਆਂ ਸਹਾਇਕ ਨਦੀਆਂ ਵਗਦੀਆਂ। ਇਹ ਪਠਾਰ ਕਾਫੀ ਕਟਿਆ ਫਟਿਆ ਹੈ ਤੇ ਆਪਣੀਆਂ ਉਗੜ ਦੁਗੜੀਆਂ ਘਾਟੀਆਂ ਯਾਨੀ ਰੇਵਾਈਨਸ ਲਈ ਪ੍ਰਸਿੱਧ ਹੈ। ਇਸ ਪਠਾਰ ਦੇ ਪੂਰਬ ਵਿੱਚ ਯਮੁਨਾ ਦੇ ਨਾਲ ਬੁੰਦੇਲਖੰਡ ਦਾ ਇਲਾਕਾ ਪੈਂਦਾ ਹੈ।
ਮਾਰਵਾੜ ਪਠਾਰ ਜਿਹੜੀ ਹੈ, ਇਸ ਨੂੰ ਮੇਵਾੜ ਦੀ ਪਠਾਰ ਵੀ ਕਹਿੰਦੇ ਆ। ਇਹ ਅਰਾਵਲੀ ਪਰਬਤ ਦੇ ਪੂਰਬ ਵੱਲ ਸਥਿਤ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ 250 ਤੋਂ ਲੈ ਕੇ 500 ਮੀਟਰ ਤੱਕ ਹੈ ਤੇ ਇਸ ਦੀ ਢਲਾਣ ਜਿਹੜੀ ਹੈ ਉਹ ਪੂਰਬ ਵਾਲੇ ਪਾਸੇ ਹੈ। ਹੁਣ ਬੇਟਾ ਗੱਲ ਆ ਗਈ ਮਾਲਵਾ ਪਠਾਰ ਦੀ। ਇਸ ਦੇ ਪੱਛਮ ਵੱਲ ਅਰਾਵਲੀ ਸ਼੍ਰੇਣੀ ਹੈ, ਦੱਖਣ ਵਿੱਚ ਇਸ ਦੇ ਵਿੰਧਿਆਚਲ ਤੇ ਇਸ ਦੇ ਪੂਰਬ ਦਿਸ਼ਾ ਵੱਲ ਛੋਟਾ ਨਾਗਪੁਰ, ਰਾਜ ਮਹਲ ਦੀਆਂ ਪਹਾੜੀਆਂ ਤੇ ਸ਼ਿਲਾਂਗ ਦੇ ਪਠਾਰ ਵੀ ਹਨ। ਇਸ ਦਾ ਆਕਾਰ ਤ੍ਰਿਭੁਜ ਦਾ ਆਕਾਰ ਹੈ। ਇਸ ਪਠਾਰ ਵਿੱਚੋਂ ਨਰਮਦਾ, ਤਾਪਤੀ ਤੇ ਮਾਹੀ ਨਦੀਆਂ ਨਿਕਲ ਕੇ ਅਰਬ ਸਾਗਰ ਵਿੱਚ ਡਿੱਗਦੀਆਂ, ਜਦ ਕਿ ਪੂਰਬ ਦਿਸ਼ਾ ਵੱਲ ਵਗਦੀਆਂ ਹੋਈਆਂ ਚੰਬਲ, ਬੇਤਵਾ ਤੇ ਉਸ ਦੀਆਂ ਸਹਾਇਕ ਨਦੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ। ਖਣਿਜ ਪਦਾਰਥ ਦੀਆਂ ਖਾਣਾਂ ਕਰਕੇ ਮਹੱਤਵਪੂਰਨ ਛੋਟਾ ਨਾਗਪੁਰ ਦਾ ਪਠਾਰ ਵੀ ਇਸੇ ਇਲਾਕੇ ਦਾ ਹਿੱਸਾ ਹੈ। ਇਹ ਪਠਾਰ ਜਵਾਲਾਮੁਖੀਆਂ ਦੁਆਰਾ ਵਿਛਾਈ ਗਈ ਕਾਲੀ ਮਿੱਟੀ ਦਾ ਬਣਿਆ ਹੋਇਆ ਹੈ, ਜੋ ਕਪਾਹ ਤੇ ਗੰਨੇ ਦੀ ਖੇਤੀ ਲਈ ਕਾਫੀ ਲਾਹੇਵੰਦ ਹੈ। ਇਸ ਖੇਤਰ ਵਿੱਚ ਹਜ਼ਾਰੀਬਾਗ, ਗਿਆ ਅਤੇ ਰਾਂਚੀ ਦੇ ਪਠਾਰ ਸ਼ਾਮਲ ਹਨ। ਇਸ ਪਠਾਰ ਵਿੱਚ 3 ਵੱਡੀਆਂ ਪਹਾੜੀ ਲੜੀਆਂ ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਆਉਂਦੀਆਂ ਹਨ। ਅਰਾਵਲੀ ਦੀ ਪਰਬਤ ਲੜੀ ਜਿਹੜੀ ਹੈ ਉਹ ਦਿੱਲੀ ਤੋਂ ਸ਼ੁਰੂ ਹੋ ਕੇ ਪਾਲਨਪੁਰ, ਜੋ ਕਿ ਗੁਜਰਾਤ ਵਿੱਚ ਹੈ, ਉੱਥੋਂ ਤੱਕ ਸੰਸਾਰ ਦੀ ਸਭ ਤੋਂ ਪੁਰਾਣੀ ਪਰਬਤ ਲੜੀਆਂ ਵਿੱਚੋਂ ਇੱਕ ਹੈ। ਇਸ ਦੀ ਲੰਬਾਈ 800 ਕਿਲੋਮੀਟਰ ਤੱਕ ਹੈ ਤੇ ਇਸ ਦੀ ਉੱਚੀ ਚੋਟੀ ਗੁਰੂ ਸ਼ਿਖਰ ਹੈ, ਜਿਸ ਦੀ ਉਚਾਈ 1722 ਮੀਟਰ ਹੈ ਤੇ ਇੱਕ ਦर्रा ਗੋਰਨ ਘਾਟ ਹੈ, ਜੋ ਗੁਰੂ ਸ਼ਿਖਰ ਅਤੇ ਮਾਊਂਟ ਆਬੂ ਨੂੰ ਵੱਖ ਕਰਦਾ ਹੈ। ਵਿੰਧਿਆਚਲ ਪਹਾੜੀਆਂ ਜੋਬਤ ਤੋਂ ਲੈ ਕੇ ਸਾਸਾਰਾਮ, ਜੋਬਤ ਗੁਜਰਾਤ 'ਚ ਹੈ ਤੇ ਸਾਸਾਰਾਮ ਬਿਹਾਰ ਵਿੱਚ ਹੈ, ਇੱਥੋਂ ਤੱਕ 1200 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੀਆਂ ਹੋਈਆਂ ਹਨ। ਸਤਪੁੜਾ ਪੱਛਮ ਵਿੱਚ ਰਾਜ ਪਿਪਲਾ ਦੀਆਂ ਪਹਾੜੀਆਂ ਤੋਂ ਪੂਰਬ ਵਿੱਚ ਮੈਦਾਨ ਦੀਆਂ ਪਹਾੜੀਆਂ ਤੱਕ 900 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੀਆਂ ਹੋਈਆਂ ਹਨ। ਇਸ ਲੜੀ ਦੀ ਸਭ ਤੋਂ ਉੱਚੀ ਚੋਟੀ ਧੂਪਗੜ੍ਹ, ਜੋ ਕਿ 1350 ਮੀਟਰ ਹੈ। ਇੱਕ ਹੋਰ ਮਹੱਤਵਪੂਰਨ ਪਠਾਰ ਜਿਸ ਦਾ ਰਕਬਾ 5 ਲੱਖ ਵਰਗ ਕਿਲੋਮੀਟਰ ਫੈਲਿਆ ਹੋਇਆ ਹੈ, ਉਹ ਦੱਖਣ ਦੀ ਪਠਾਰ ਹੈ। ਇਹ ਪ੍ਰਾਇਦੀਪੀ ਪਠਾਰਾਂ ਵਿੱਚੋਂ ਸਭ ਤੋਂ ਵੱਡੀ ਪਠਾਰ ਹੈ। ਇਸ ਪਠਾਰ ਦੀ ਢਲਾਣ ਪੱਛਮ ਤੋਂ ਪੂਰਬ ਵੱਲ ਹੈ ਤੇ ਇੱਥੇ ਵਗਣ ਵਾਲੀਆਂ ਨਦੀਆਂ ਹਨ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ, ਇੰਦਰਾਵਤੀ, ਤੁੰਗਭਦਰਾ, ਪੇਨਾਰ। ਇਹ ਸਾਰੀਆਂ ਪੂਰਬ ਵੱਲ ਵਗਦੀਆਂ ਹੋਈਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ। ਬੇਟਾ ਤੁਹਾਨੂੰ ਪਤਾ ਕਿ ਕੁਝ ਨਦੀਆਂ 12ਮਾਹੀ ਹੁੰਦੀਆਂ ਤੇ ਕੁਝ ਮੌਸਮੀ ਨਦੀਆਂ। 12ਮਾਹੀ ਨਦੀਆਂ ਵਿੱਚ ਤਾਂ ਪਾਣੀ ਸਾਰਾ ਸਾਲ ਵਗਦਾ ਰਹਿੰਦਾ, ਪਰ ਮੌਸਮੀ ਨਦੀਆਂ ਉਹ ਹੁੰਦੀਆਂ ਜਿਨ੍ਹਾਂ ਵਿੱਚ ਪਾਣੀ ਸਿਰਫ ਬਰਸਾਤ ਦੇ ਮੌਸਮ ਦੌਰਾਨ ਹੀ ਵਹਿੰਦਾ ਹੈ। ਇਸ ਪਠਾਰ ਵਿੱਚ ਜਿਹੜੀਆਂ ਨਦੀਆਂ ਵਹਿੰਦੀਆਂ ਹਨ ਮੌਸਮੀ ਨਦੀਆਂ ਹਨ ਤੇ ਉਹਨਾਂ ਦੇ ਕਾਰਨ ਸਪਸ਼ਟ ਰੂਪ ਵਿੱਚ ਕੁਝ ਭੂਗੋਲਿਕ ਭਾਗ ਮਿਲਦੇ ਹਨ। ਉਹਨਾਂ ਦੇ ਨਾਮ ਹਨ ਮਹਾਰਾਸ਼ਟਰ ਦਾ ਪਠਾਰ, ਕਰਨਾਟਕ ਦਾ ਪਠਾਰ, ਤੇਲੰਗਾਨਾ ਦਾ ਪਠਾਰ, ਪੱਛਮੀ ਘਾਟ, ਪੂਰਬੀ ਘਾਟ, ਦੰਡਕਾਰण्य, ਇਹ ਰਮਾਇਣ ਵਿੱਚ ਵੀ ਇਸ ਦਾ ਨਾਮ ਆਉਂਦਾ ਹੈ, ਤੇ ਦੱਖਣ ਪਹਾੜੀ ਸਮੂਹ। ਕੀ ਬੱਚਿਓ ਤੁਹਾਨੂੰ ਪਤਾ ਹੈ ਕਿ ਜਿਹੜਾ ਮਹਾਰਾਸ਼ਟਰ ਦਾ ਪਠਾਰ ਹੈ ਉਹ ਬਸਾਲਟ ਦੇ ਪਿਘਲੇ ਹੋਏ ਲਾਵੇ ਨਾਲ ਬਣਿਆ ਹੋਇਆ ਹੈ,
ਤੇ ਇਸ ਦੀਆਂ ਸਾਲਟ ਦੀਆਂ ਚਟਾਨਾਂ ਹਨ। ਕਰਨਾਟਕ ਦਾ ਪਠਾਰ ਮਾਲਨਾਦ ਅਤੇ ਮੈਦਾਨ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸ ਦੀ ਸਭ ਤੋਂ ਉੱਚੀ ਚੋਟੀ ਬਾਬਾ ਬੁੱਢਨ ਦੀਆਂ ਪਹਾੜੀਆਂ ਵਿੱਚ ਮੂਲਨਗਿਰੀ ਹੈ। ਇਸ ਦੀ ਉਚਾਈ 1013 ਮੀਟਰ ਹੈ। ਤੇਲੰਗਾਨਾ ਦਾ ਪਠਾਰ 1,48,000 ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ ਤੇ ਨਵਾਂ ਬਣਿਆ ਰਾਜ ਤੇਲੰਗਾਨਾ ਵੀ ਇਸੇ ਵਿੱਚ ਸਥਿਤ ਹੈ। ਬੇਟਾ, ਕੀ ਤੁਹਾਨੂੰ ਪਤਾ ਹੈ ਕਿ ਪੱਛਮੀ ਘਾਟ ਨੂੰ ਸਹਿਯਾਦਰੀ ਵੀ ਕਿਹਾ ਜਾਂਦਾ ਹੈ? ਇਹ ਘਾਟ ਪੱਛਮੀ ਘਾਟ ਦੇ ਨਾਲ ਨਾਲ ਤਾਪੀ ਨਦੀ ਦੇ ਮੁਹਾਣੇ ਤੋਂ ਦੱਖਣੀ ਕੋਨੇ ਕੰਨਿਆ ਕੁਮਾਰੀ ਤੱਕ 1600 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਹਨ। ਇਸ ਘਾਟ ਵਿੱਚ ਉੱਤਰ ਤੋਂ ਲੈ ਕੇ ਦੱਖਣ ਤੱਕ ਕ੍ਰਮਵਾਰ 4 ਦर्रे, ਜਿਨ੍ਹਾਂ ਨੂੰ ਆਪਾਂ ਪਾਸਿਸ ਕਹਿੰਦੇ ਹੁੰਦੇ ਆ, ਥਾਲ ਘਾਟ, ਭੋਰ ਘਾਟ, ਪਾਲ ਘਾਟ ਅਤੇ ਸ਼ੇਨਕੋਟਾ ਦਰੇ ਹਨ। ਪੱਛਮੀ ਘਾਟ ਦੀਆਂ ਮੁੱਖ ਚੋਟੀਆਂ ਕਾਲ ਸੁਬਾਈ 1046 ਮੀਟਰ ਉਚਾਈ ਇਸ ਦੀ, ਮਹਾਬਲੇਸ਼ਵਰ ਇਸ ਦੀ ਉਚਾਈ 1438 ਮੀਟਰ, ਸਾਲਹੇਰ ਇਸ ਦੀ ਉਚਾਈ 1547 ਮੀਟਰ, ਹਰੀਸ਼ ਚੰਦਰ ਦੀ ਉਚਾਈ 1424 ਮੀਟਰ, ਕੁਦੇਰ ਮੁੱਖ ਦੀ ਉਚਾਈ 1892 ਮੀਟਰ, ਪੁਸ਼ਪਾਗਿਰੀ ਦੀ ਉਚਾਈ 1714 ਮੀਟਰ ਅਤੇ ਨੀਲਗਿਰੀ ਦੀਆਂ ਪਹਾੜੀਆਂ ਵਿੱਚ ਦੋਦਾ ਬੇਟਾ 2637 ਮੀਟਰ ਇਸ ਦੀਆਂ ਮੁੱਖ ਚੋਟੀਆਂ ਹਨ। ਪੱਛਮੀ ਘਾਟ ਤੋਂ ਬਾਅਦ ਆਪਾਂ ਹੁਣ ਪੂਰਬੀ ਘਾਟ ਦੀ ਗੱਲ ਕਰ ਲਈਏ। ਉੱਤਰ ਵਿੱਚ ਮਹਾਨਦੀ ਘਾਟੀ ਤੋਂ ਲੈ ਕੇ ਦੱਖਣ ਵਿੱਚ ਨੀਲਗਿਰੀ ਤੱਕ ਪੂਰਬੀ ਸਮੁੰਦਰੀ ਤੱਟ ਦੇ ਨਾਲ ਇਹ ਘਾਟ ਚੱਲਦੇ ਹਨ। ਪੂਰਬੀ ਘਾਟ ਪੱਛਮੀ ਘਾਟ ਦੇ ਮੁਕਾਬਲੇ ਜ਼ਿਆਦਾ ਚੌੜੇ, ਕੱਟੇ ਵੱਡੇ, ਨੀਵੇਂ ਤੇ ਟੁੱਟਵੀਆਂ ਪਹਾੜੀਆਂ ਵਾਲੇ ਭੂ-ਭਾਗ ਹਨ। ਉੱਤਰ ਵਿੱਚ ਮਹਿੰਦਰਗਿਰੀ ਜਿਹੜੀ ਚੋਟੀ ਹੈ 1501 ਮੀਟਰ ਉੱਚੀ ਹੈ, ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਹੈ। ਮੱਧਵਰਤੀ ਖੇਤਰ ਵਿੱਚ ਕ੍ਰਿਸ਼ਨਾ ਅਤੇ ਪੇਨਾਰ ਨਦੀ ਤੋਂ ਲੈ ਕੇ ਨੀਲਗਿਰੀ ਤੱਕ ਨਲਾਮਲਾਈ, ਪਾਲਕੋਂਡਾ, ਵੇਲੀਕੋਂਡਾ ਅਤੇ ਦੱਖਣ ਵਿੱਚ ਜਾਵੇਦੀ, ਸ਼ਿਵਰਾਏ, ਕੋਲਮਲਾਏ ਆਦਿ ਪਹਾੜੀਆਂ ਮਿਲਦੀਆਂ ਹਨ। ਪ੍ਰਾਇਦੀਪੀ ਪਠਾਰ ਦੀ ਜੇ ਆਪਾਂ ਗੱਲ ਕਰੀਏ ਬੇਟਾ, ਇੱਕ ਖਣਿਜਾਂ ਦਾ ਭੰਡਾਰ ਹੈ। ਮੈਗਨੀਜ਼, ਲੋਹਾ, ਕੋਲਾ, ਤਾਂਬਾ, ਬਾਕਸਾਈਟ, ਅਬਰਕ, ਸੋਨਾ ਆਦਿ 98% ਭੰਡਾਰ ਇਸੇ ਪ੍ਰਾਇਦੀਪੀ ਪਠਾਰ ਵਿੱਚ ਮਿਲਦੇ ਹੈ। ਇਸ ਤੋਂ ਇਲਾਵਾ ਇੱਥੇ ਖੇਤੀ ਵੀ ਕੀਤੀ ਜਾਂਦੀ ਹੈ। ਚਾਹ, ਰਬੜ, ਗੰਨਾ, ਦਾਲਾਂ, ਕੌਫੀ, ਜਵਾਰ, ਬਾਜਰਾ, ਮਸਾਲੇ, ਤੰਬਾਕੂ ਅਤੇ ਤੇਲਾਂ ਦੇ ਬੀਜਾਂ ਦੀ ਭਰਪੂਰ ਮਾਤਰਾ ਇੱਥੇ ਮਿਲਦੀ ਹੈ। ਭਾਰਤ ਦੇ ਭੂਗੋਲਿਕ ਖੇਤਰਾਂ ਵਿੱਚ ਚੌਥੀ ਵਿਸ਼ੇਸ਼ਤਾ ਜਿਹੜੀ ਹੈ ਉਹ ਤੱਟ ਦੇ ਮੈਦਾਨਾਂ ਦੀ ਹੈ। ਦੋ ਤੱਟ ਦੇ ਮੈਦਾਨ ਜਿਹੜੇ ਮੇਨ ਪਾਏ ਜਾਂਦੇ ਆ, ਇੱਕ ਪੱਛਮੀ ਤੱਟ ਦੇ ਮੈਦਾਨ ਅਤੇ ਦੂਸਰੇ ਪੂਰਬੀ ਤੱਟ ਦੇ ਮੈਦਾਨ। ਹਾਂਜੀ ਬੇਟਾ, ਉੱਤਰ ਵਿੱਚ ਕੱਛ ਦੇ ਰੇਗਿਸਤਾਨ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਔਸਤਨ 65 ਯਾਨੀ 65 ਕਿਲੋਮੀਟਰ ਚੌੜੇ ਪੱਛਮੀ ਤੱਟ ਦੇ ਮੈਦਾਨ ਹਨ। ਇਸ ਤਟੀ ਮੈਦਾਨ ਦੇ 4 ਪ੍ਰਮੁੱਖ ਹਿੱਸੇ ਹਨ। ਪਹਿਲਾ ਹੈ ਗੁਜਰਾਤ ਦਾ ਮੈਦਾਨ, ਦੂਸਰਾ ਕੋਂਕਣ ਦਾ ਮੈਦਾਨ, ਤੀਸਰਾ ਕਰਨਾਟਕ ਦਾ ਮੈਦਾਨ ਅਤੇ ਚੌਥਾ ਕੇਰਲ ਦਾ ਤਟਵਰਤੀ ਮੈਦਾਨ। ਗੁਜਰਾਤ ਦਾ ਮੈਦਾਨ ਕੱਛ ਤੋਂ ਸੌਰਾਸ਼ਟਰ ਵਿੱਚ ਦੀ ਹੁੰਦਾ ਹੋਇਆ ਖੰਭਾਤ ਦੀ ਖਾੜੀ ਤੱਕ ਤਟਵਰਤੀ ਹਿੱਸੇ ਵਿੱਚ ਚੱਲਦਾ ਹੈ, ਜੋ ਕਿ ਸਾਬਰਮਤੀ, ਮਾਹੀ, ਲੂਣੀ ਅਤੇ ਤਾਪੀ ਨਦੀਆਂ ਦੁਆਰਾ ਵਿਛਾਏ ਗਏ ਜਲੋੜ ਦੇ ਜਮ੍ਹਾਂ ਹੋਣ ਨਾਲ ਬਣਿਆ ਹੈ। ਤੇ ਜਿਹੜਾ ਕੋਂਕਣ ਦਾ ਮੈਦਾਨ ਹੈ ਉਹ ਦਮਨ ਤੋਂ ਗੋਆ ਤੱਕ 500 ਕਿਲੋਮੀਟਰ ਲੰਬਾ ਮੈਦਾਨ ਹੈ। ਇਸ ਤਟੀ ਮੈਦਾਨ ਵਿੱਚ ਸਮੁੰਦਰ ਦੀਆਂ ਲਹਿਰਾਂ ਨਾਲ ਅੰਦਰੂਨੀ ਕਟਾਅ ਕਰਕੇ ਬਣੀਆਂ ਛੋਟੀਆਂ ਖਾੜੀਆਂ ਜਾਂ ਕੇਵਸ
ਅਤੇ ਸਮੁੰਦਰੀ ਕੰਢੇ ਤੱਕ ਖਾੜੀਆਂ ਜਾਂ ਕ੍ਰੀਕਸ ਆਦਿ ਭੂ ਆਕਾਰ ਮਿਲਦੇ ਹਨ। ਮੁੰਬਈ ਇਸੇ ਤੱਟ ਉੱਪਰ ਅਹਿਮ ਬੰਦਰਗਾਹ ਹੈ। ਕੋਂਕਣ ਤੱਟ ਨੂੰ ਕਾਰਾਵਲੀ ਜਾਂ ਕਿਨਾਰਾ ਵੀ ਆਖਿਆ ਜਾਂਦਾ ਹੈ। ਯਾਦ ਰੱਖਿਓ, NTSC ਲਈ ਮਸ਼ਹੂਰ ਹੈ ਕਾਰਾਵਲੀ ਜਾਂ ਕਿਨਾਰਾ। ਮਾਲਾਬਾਰ ਦਾ ਤਟਵਰਤੀ ਮੈਦਾਨ ਮੈਂਗਲੋਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੰਬਾਈ ਵਿੱਚ 845 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਮੈਦਾਨ ਵਿੱਚ ਕਾਫੀ ਝੀਲਾਂ, ਜਿਹਨੂੰ ਲੈਗੂਨਸ ਵੀ ਕਹਿੰਦੇ ਹਨ, ਹੁੰਦੀਆਂ ਹਨ। ਇਸ ਮੈਦਾਨ ਵਿੱਚ ਸਭ ਤੋਂ ਵੱਡੀ ਝੀਲ ਵੈਂਬਾਨੰਦ, ਬੇਟਾ ਯਾਦ ਰੱਖਣਾ ਨਾਮ, ਵੈਂਬਾਨੰਦ ਮਾਲਾਬਾਰ ਤਟਵਰਤੀ ਮੈਦਾਨ ਵਿੱਚ ਹੈ। ਇਹਨਾਂ ਝੀਲਾਂ ਨੂੰ ਸਥਾਨਕ ਭਾਸ਼ਾ ਵਿੱਚ ਕੇਯਾਲ ਕਹਿੰਦੇ ਹਨ, KEYALS, ਕੇਯਾਲਸ। ਯਾਦ ਰੱਖਣਾ ਬੇਟਾ ਇਹਨਾਂ ਸਾਰੇ ਤੱਥਾਂ ਨੂੰ। ਪੂਰਬ ਵਿੱਚ ਪੱਛਮੀ ਬੰਗਾਲ, ਉੜੀਸਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰਬੀ ਤੱਟ ਦੇ ਮੈਦਾਨ ਹਨ। ਇਹ ਮੈਦਾਨ ਪੂਰਬ ਦਿਸ਼ਾ ਵਿੱਚ ਵਗਣ ਵਾਲੀਆਂ ਨਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦੁਆਰਾ ਵਿਛਾਈ ਗਈ ਚਲੋੜ ਮਿੱਟੀ ਨਾਲ ਬਣਿਆ ਹੈ। ਉੜੀਸਾ ਵਿੱਚ ਇਸ ਨੂੰ ਉਤਕਲ ਦੇ ਮੈਦਾਨ ਕਹਿੰਦੇ ਹਨ। ਯਾਦ ਰੱਖਿਓ, ਆਪਣੇ ਰਾਸ਼ਟਰੀ ਗਾਨ ਵਿੱਚ ਵੀ ਆਉਂਦਾ ਹੈ ਉਤਕਲ ਬੰਗ, ਉਤਕਲ ਇਹੀ ਜਗ੍ਹਾ। ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਕੰਨਿਆ ਕੁਮਾਰੀ ਤੱਕ ਇਸ ਤੱਟ ਨੂੰ ਕੋਰੋਮੰਡਲ ਤੱਟ ਕਹਿੰਦੇ ਹਨ। ਇੱਕ ਕਵਿਤਾ ਵੀ ਕੋਰੋਮੰਡਲ ਫਿਸ਼ਰਸ ਮਸ਼ਹੂਰ ਹੈ, ਇਸੇ ਤੱਟ ਦੇ ਮਛੇਰਿਆਂ ਜ਼ਿੰਦਗੀ 'ਤੇ ਲਿਖੀ ਗਈ ਹੈ। ਇਸ ਮੈਦਾਨ ਵਿੱਚ ਪੁਲੀਕਟ ਝੀਲ ਪ੍ਰਸਿੱਧ ਝੀਲ ਹੈ। ਉੜੀਸਾ ਵਿੱਚ ਚਿਲਕਾ ਝੀਲ ਖਾਰੇ ਪਾਣੀ ਦੀ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਨੋਟ ਕਰਨਾ ਬੇਟਾ, ਉੜੀਸਾ ਵਿੱਚ ਚਿਲਕਾ ਝੀਲ ਖਾਰੇ ਪਾਣੀ ਦੀ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਭਾਰਤ ਦੇ ਦੀਪ ਸਮੂਹ ਭਾਰਤ ਦੀ ਉਹ ਵਿਸ਼ੇਸ਼ਤਾ ਹੈ ਜਿਹੜੇ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਪਾਣੀ ਨਾਲ ਚਾਰੋਂ ਪਾਸੇ ਘਿਰੇ ਹੋਏ ਭੂ ਭਾਗ ਹਨ। ਭਾਰਤੀ ਦੀਪਾਂ ਯਾਨੀ ਭਾਰਤੀ ਟਾਪੂਆਂ ਦੀ ਕੁੱਲ ਗਿਣਤੀ 267 ਹੈ, 267। ਇਸ ਵਿੱਚ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਅਤੇ ਅਰਬ ਸਾਗਰ ਵਿੱਚ ਲਕਸ਼ਦੀਪ ਹਨ। ਬੇਟਾ ਮਿਆਂਮਾਰ ਦੀ ਇੱਕ ਪਹਾੜੀ ਸ਼੍ਰੇਣੀ ਹੈ ਅਰਾਕਾਨ ਯੋਮਾ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਉਸੇ ਪਹਾੜੀ ਦਾ ਵਿਸਥਾਰ ਹਨ। ਯਾਨੀ ਉੱਤਰ ਪੂਰਬੀ ਪਹਾੜੀ ਸ਼੍ਰੇਣੀ ਜਿਹੜੀ ਅਰਾਕਾਨ ਯੋਮਾ ਹੈ ਮਿਆਂਮਾਰ ਦੀ, ਇਹ ਉਸ ਦਾ ਹੀ ਵਿਸਤਾਰ ਹਨ। ਅੰਡੇਮਾਨ ਵਿੱਚ 204 ਟਾਪੂ ਹਨ। ਸੈਡਲ ਚੋਟੀ ਜਿਹੜੀ ਹੈ ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ਹੈ। ਉਚਾਈ ਤਾਂ ਸਿਰਫ ਇਸ ਦੀ 737 ਮੀਟਰ ਹੈ। ਨਿਕੋਬਾਰ ਦੇ 19 ਟਾਪੂ ਹਨ। ਇਹਨਾਂ ਵਿੱਚ ਗ੍ਰੇਟ ਨਿਕੋਬਾਰ ਸਭ ਤੋਂ ਵੱਡਾ ਟਾਪੂ ਹੈ। ਲਾਸਟ ਵਿੱਚ ਆਪਾਂ ਗੱਲ ਕਰੀਏ ਬੇਟੇ ਲਕਸ਼ਦੀਪ ਟਾਪੂ ਸਮੂਹ ਦੀ। ਇਹ ਅਰਬ ਸਾਗਰ ਵਿੱਚ ਹੈ। ਕੁੱਲ ਟਾਪੂ 34। ਅਮੀਨ ਦੀ ਵੀ ਇਸ ਦੇ ਉੱਤਰ ਵਿੱਚ ਤੇ ਦੱਖਣ ਵਿੱਚ ਮਿਨੀਕੋਈ ਦੀਪ ਹਨ। ਭਾਰਤੀ ਟਾਪੂਆਂ ਦੀ ਜਾਣਕਾਰੀ ਲਈ ਤੁਹਾਨੂੰ ਹੁਣ ਸਾਰਣੀ ਦਿਖਾਈ ਜਾਂਦੀ ਹੈ। ਇਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਧਿਆਨ ਨਾਲ ਇਸ ਨੂੰ ਸਮਝ ਲੈਣਾ ਹੈ। ਧੰਨਵਾਦ ਬੇਟਾ, ਥੈਂਕ ਯੂ, ਬਾਏ ਬਾਏ। ਇਸ ਦੇ ਨਾਲ ਹੀ ਬੇਟਾ ਆਪਣਾ ਇਹ ਲੈਸਨ ਫਿਜ਼ੀਓਲੋਜੀਕਲ ਯੂਨਿਟਸ ਸਮਾਪਤੀ 'ਤੇ ਪਹੁੰਚਦਾ ਹੈ। ਤੁਹਾਨੂੰ ਰਿਕੁਐਸਟ ਹੈ ਬੇਟੇ ਤੁਸੀਂ ਇਹਨਾਂ ਸਾਰੇ ਵੀਡੀਓਜ਼ ਜਾਂ ਇਹ ਸਾਰੀ ਕੰਪਲੀਟ ਵੀਡੀਓ ਜੋ ਵੀ ਹੈ ਉਸ ਦੇ ਨੋਟਸ ਬਣਾ ਲੈਣੇ ਹਨ। ਸ਼ੋਰਟ ਆਨਸਰ ਟਾਈਪ ਕੁਐਸਚਨ ਜ਼ਰੂਰ ਵਿੱਚ ਐਕਸਟਰੈਕਟ ਕਰਨੇ ਹਨ ਅਤੇ ਉਹਨਾਂ ਨੂੰ ਲਰਨ ਕਰਨਾ ਹੈ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਲਈ ਬਾਕੀ ਲੈਸਨਸ ਦੇ ਵਿਸ਼ੇਸ਼ ਤੌਰ 'ਤੇ NTSC ਲਈ ਮਹੱਤਵਪੂਰਨ ਸਾਰੇ ਟੌਪਿਕਸ ਕਵਰ ਕਰਕੇ ਤੁਹਾਨੂੰ ਵੀਡੀਓਜ਼ ਬਣਾ ਕੇ ਇਸੇ ਤਰ੍ਹਾਂ ਪੇਸ਼ ਕਰਾਂਗੇ। ਧੰਨਵਾਦ ਬੇਟਾ।